ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਇ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਜ਼ਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਸੱਚੇ ਪਾਤਸ਼ਾਹ ਹਜ਼ੂਰ ਗਰੀਬ ਨਵਾਜ ਧੰਨ 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 ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਭ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਨੇ ਆਪਾਂ ਤੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਆਪਣੀ ਹਜ਼ੂਰੀ ਵਿੱਚ ਬੈਠਣ ਦਾ ਮੌਕਾ ਸਮਾਂ ਗਰੀਬ ਨਵਾਜ ਸਾਹਿਬ ਜੀ ਨੇ ਤਰੁੱਠ ਕੇ ਬਖਸ਼ਿਸ਼ ਕੀਤਾ ਹੈ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਪੰਜਵੇਂ ਸਤਿਗੁਰੂ ਆਪ ਪ੍ਰਤੱਖ ਰੱਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸਿੱਖ ਸੰਗਤ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਹੋ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਦੀਨ ਦੁਨੀਆ ਦਾ ਭਲਾ ਕਰਦਿਆਂ ਹੋਇਆਂ ਬਹੁਤ ਵੱਡੀ ਕਿਰਪਾ ਕੀਤੀ ਹੈ। ਜੋ ਸਤਿਗੁਰੂ ਜੀ ਨੇ ਮਿਹਰ ਕਰਕੇ ਕਿਰਪਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਾ ਸਰੋਵਰ ਬਣਾਇਆ ਹੈ ਜੀ। ਉੱਥੇ ਹੀ ਅਕਾਲ ਪੁਰਖ ਜੀ ਖੁਦ ਸਰੀਰ ਧਾਰਨ ਕਰਕੇ ਪ੍ਰਗਟ ਹੋਏ ਹੈ।
ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਾਉਣ ਦੀ ਸਾਰੀ ਵਿਧੀ ਦੱਸੀ ਹੈ ਜੀ। ਕੱਲ ਫਿਰ ਤੁਸੀਂ ਕਥਾ ਸਰਵਣ ਕੀਤੀ ਹੈ। ਹਜੂਰ ਮਹਾਰਾਜ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਭਾਈ ਭਗਤੂ ਜੀ, ਭਾਈ ਬਹਿਲੋ ਜੀ, ਹੋਰ ਜਿਹੜੇ ਮੁਖੀ ਸਿੱਖ ਹੈ ਨਾ ਜੀ, ਉਹਨਾਂ ਸਾਰੇ ਸਿੱਖਾਂ ਨੂੰ ਇਕੱਠਿਆਂ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖਣ ਦਾ ਫੁਰਨਾ ਬਣਾਇਆ ਹੈ ਜੀ। ਸਰੋਵਰ ਵਿੱਚ ਸਤਿਗੁਰੂ ਜੀ ਆਪ ਉਤਰੇ ਨੇ, ਕਾਰੀਗਰ ਉਤਰੇ ਨੇ, ਤੇ ਉਹ ਕਾਰੀਗਰ ਜਿਹੜੇ ਸੱਦੇ ਨੇ ਬੜੇ ਅਧੀਨਗੀ ਨਾਲ ਮਹਾਰਾਜ ਜੀ ਦੇ ਕੋਲ ਖਲੋਤੇ ਹੋਏ ਨੇ। ਸਤਿਗੁਰੂ ਜੀ ਨੇ ਉਹਨਾਂ ਨੂੰ ਫਿਰ ਆਪ ਤੁਰ ਕੇ ਸਾਰੀ ਗੱਲ ਦੱਸੀ ਹੈ, ਕਿੱਥੇ ਹਰਿਮੰਦਰ ਸਾਹਿਬ ਬਣਾਉਣਾ ਹੈ, ਕਿੱਥੇ ਪੁੱਲ ਬਣਾਉਣਾ ਹੈ, ਕਿੱਥੇ ਹਰ ਕੀ ਪੌੜੀ ਬਣਾਉਣੀ ਹੈ। ਇਹ ਗੱਲ ਗੁਰੂ ਅਰਜਨ ਦੇਵ ਜੀ ਨੇ ਕਾਰੀਗਰਾਂ ਨੂੰ ਆਪ ਸਮਝਾਈ ਹੈ ਜੀ। ਸਾਰੀ ਕਥਾ ਵਾਰਤਾ ਕੱਲ ਤੁਸੀਂ ਸਰਵਣ ਕੀਤੀ ਹੈ। ਪੁੱਲ ਦੇ ਹੇਠਾਂ ਸਵਰਗ ਦੁਆਰੀਆਂ ਬਣਾਉਣੀਆਂ ਨੇ ਜੀ, ਇਹ ਵੀ ਤੁਸੀਂ ਸਾਰੀ ਗੱਲ ਸਰਵਣ ਕੀਤੀ। ਕਵੀ ਸੰਤੋਖ ਸਿੰਘ ਜੀ ਨੇ ਇਹ ਲਿਖਿਆ ਹੈ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਹੱਥੀਂ ਨੀਂਹ ਰੱਖੀ ਹੈ ਜੀ। ਪਰ ਬਹੁਤਾਂਤ ਜਿਹੜੀ ਪ੍ਰਚਲਿਤ ਹੈ ਉਹ ਇਹ ਗੱਲ ਪ੍ਰਚਲਿਤ ਹੈ ਕਿ ਸਾਈਂ ਮੀਆਂ ਮੀਰ ਜੀ ਕੋਲੋਂ ਮਹਾਰਾਜ ਜੀ ਨੇ ਨੀਂਹ ਰਖਾਈ ਸੀਗੀ ਜੀ। ਸਾਈਂ ਮੀਆਂ ਮੀਰ ਜੀ ਬਜ਼ੁਰਗ ਸਨ, ਮੁਸਲਮਾਨ ਮਤ ਦੇ ਬੜੇ ਵੱਡੇ ਸਾਧੂ ਸਨ। ਮਹਾਰਾਜ ਜੀ ਨੇ ਉਹਨਾਂ ਕੋਲੋਂ ਨੀਂਹ ਰਖਵਾਈ ਹੈ। ਬਹੁਤ ਵੱਡੀ ਮਾਤਰਾ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋਈ ਹੈ। ਕੜਾਹ ਪ੍ਰਸ਼ਾਦ ਦਾ ਵਰਤਾਰਾ ਵਰਤਿਆ। ਸਿੱਖ ਸੰਗਤਾਂ ਨੇ ਬੜੀ ਖੁਸ਼ੀ ਮਨਾਈ ਹੈ ਕਿ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖੀ ਗਈ ਹੈ ਜੀ। ਬਹੁਤ ਖੁਸ਼ੀ ਮਨਾਈ ਗਈ ਹੈ। ਮੈਨੂੰ ਕੱਲ ਪ੍ਰੇਮੀ ਕਹਿਣ ਲੱਗੇ, ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਲੱਗਾ ਕਥਾ ਵਿੱਚ ਨੀਂਹ ਵਾਲੀ ਗੱਲ ਆ ਗਈ। ਅਸੀਂ ਜਿਸ ਦਿਨ ਨੀਂਹ ਰੱਖਣੀ ਸੀਗੀ ਕਥਾ ਵਿੱਚ, ਉਹ ਦਿਨ ਲੰਗਰ ਲਾਉਣਾ ਸੀ ਕਹਿਣ ਲੱਗੇ। ਖੁਸ਼ੀ ਉਹਨਾਂ ਦੇ ਮਨ ਵਿੱਚ ਇੰਨੀ ਅੰਦਰ ਹੈ। ਤੇ ਉਹ ਤੇ ਹੁਣ ਸਮਾਂ ਲੰਘ ਗਿਆ, ਕੋਈ ਨਹੀਂ, ਜਦੋਂ ਪੂਰਾ ਹਰਿਮੰਦਰ ਸਾਹਿਬ ਤਿਆਰ ਹੋਏਗਾ ਆਪਾਂ ਉਦੋਂ ਲੰਗਰ ਲਾ ਲਾਂਗੇ, ਖੁੱਲਾ ਕੜਾਹ ਪ੍ਰਸ਼ਾਦ ਬਣਾਵਾਂਗੇ। ਗੱਜ ਕੇ ਆਖੋ ਵਾਹਿਗੁਰੂ। ਸਿੱਖ ਸੰਗਤਾਂ ਦੇ ਵਿੱਚ ਖੁੱਲਾ ਕੜਾਹ ਪ੍ਰਸ਼ਾਦ ਵਰਤਿਆ ਜੀ। ਬੜਾ ਚਾਉ ਬਣਿਆ ਜੀ, ਬਹੁਤ ਚਾਉ ਬਣਿਆ। ਫਿਰ ਸਿੱਖ ਸੰਗਤਾਂ ਚੂਨਾ ਤਿਆਰ ਕਰਨ ਲੱਗ ਪਈਆਂ ਜੀ, ਕਿਉਂ ਉਦੋਂ ਮੁੱਖ ਸੀਮੈਂਟ ਉਹੋ ਹੀ ਸੀ। ਤੇ ਕੱਲ ਤੁਸੀਂ ਗੱਲ ਸੁਣੀ, ਪਿਆਰ ਵਾਲੇ ਜਿਹੜੇ ਸਿੱਖ ਹੈ ਨਾ, ਉਹ ਚਾਹੁੰਦੇ ਆ ਵੀ ਇੰਨੀ ਸੇਵਾ ਕਰੀਏ। ਉਹ ਰਾਤ ਵੀ ਸੇਵਾ ਹੀ ਕਰਦੇ ਰਹਿੰਦੇ ਜੀ, ਰਾਤ ਵੀ ਸੇਵਾ ਹੀ ਕਰਦੇ ਰਹਿੰਦੇ ਆ। ਕਿਉਂ? 24 ਘੰਟੇ ਨੇ ਇੱਕ ਦਿਨ ਦੇ ਜੀ। ਹਾਂਜੀ, ਉਹ ਚਾਹੁੰਦੇ ਵੀ 24 ਘੰਟੇ ਹੀ ਸੇਵਾ ਵਿੱਚ ਲੱਗ ਜਾਣ ਜੀ। ਇੱਕ ਗੁਰਮੁਖਾਂ ਦਾ ਬਚਨ ਮੈਂ ਆਪ ਜੀ ਨੂੰ 1-2 ਦਿਨ ਪਹਿਲਾਂ ਵੀ ਸੁਣਾਇਆ ਸੀ। ਉਹ ਕਹਿੰਦੇ ਕਲਯੁਗ ਹੈ, ਕਲਯੁਗ। 24 ਘੰਟੇ ਲਗਾਤਾਰ ਜਾਂ ਤੇ ਸੇਵਾ ਕਰ ਲਓ ਜਾਂ ਸਿਮਰਨ ਕਰ ਲਓ, ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ ਕਹਿਣ ਲੱਗੇ। ਕਰਨਾ 24 ਘੰਟੇ ਲਗਾਤਾਰ ਹੈ ਕਹਿਣ ਲੱਗੇ। ਇਸ ਕਰਕੇ ਗੁਰੂ ਕੇ ਸਿੱਖ ਪ੍ਰੇਮੀ ਜਿਹੜੇ ਆ ਨਾ, ਉਹ 24 ਘੰਟੇ ਹੀ ਸੇਵਾ ਕਰਦੇ, 8 ਪਹਿਰ ਸੇਵਾ ਕਰ ਰਹੇ ਨੇ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਸਾਰਿਆਂ ਦੀ ਭਾਵਨਾ ਵੇਖਦੇ ਹੈ ਜੀ, ਸਾਰਿਆਂ ਦੀ ਭਾਵਨਾ ਜਾਣਦੇ ਨੇ, ਕਿਹਦੀ ਕਿਸ ਤਰੀਕੇ ਦੀ ਭਾਵਨਾ ਹੈ ਜੀ। ਉਸ ਤਰੀਕੇ ਦਾ ਮਹਾਰਾਜ ਉਹਨਾਂ ਨੂੰ ਫਲ ਵੀ ਲਾ ਰਹੇ ਨੇ ਜੀ। ਸੋ ਹਜੂਰ ਮਹਾਰਾਜ ਜੀ ਨੇ ਕਿਰਪਾ ਕੀਤੀ। ਪਹਿਲਾਂ ਪੁੱਲ ਤਿਆਰ ਹੋਇਆ ਜੀ, ਦਰਬਾਰ ਸਾਹਿਬ ਦਾ ਪੁੱਲ ਤਿਆਰ ਹੋਇਆ, ਉਹਦੇ ਹੇਠਾਂ ਸਵਰਗ ਦੁਆਰੀਆਂ ਤਿਆਰ ਹੋਈਆਂ ਜੀ। ਤੇ ਦਰਬਾਰ ਸਾਹਿਬ ਜਿੱਥੇ ਮੁੱਖ ਅਸਥਾਨ ਬਣਾਉਣਾ ਹੈ, ਉਹਦੀ ਕੁਰਸੀ ਉੱਚੀ ਰੱਖੀ ਗਈ। ਉਹ ਥੋੜਾ ਉੱਚਾ ਥੜਾ ਬਣਾਇਆ ਗਿਆ, ਉਸ ਥਾਂ ਦਾ ਵੇਰਵਾ ਕੱਢਿਆ ਗਿਆ ਜੀ। ਤੇ ਉਧਰੋਂ ਮੀਂਹ ਪਿਆ ਜੀ, ਬਹੁਤ ਜ਼ੋਰ ਦੀ ਮੀਂਹ ਪਿਆ। ਤੇ ਸਰੋਵਰ ਦੇ ਆਸੇ ਪਾਸੇ ਪੌੜੀਆਂ ਬਣ ਚੁੱਕੀਆਂ ਸਨ। ਜਦੋਂ ਖੂਬ ਮੀਂਹ ਪਿਆ ਤੇ ਸਰੋਵਰ ਜਲ ਨਾਲ ਲਬਾਲਬ ਭਰ ਗਿਆ ਜੀ। ਕਿਉਂ? ਉਦੋਂ ਮੁੱਖ ਸਾਧਨ ਇਹੋ ਹੀ ਹੁੰਦਾ ਸੀਗਾ ਜੀ। ਸਰੋਵਰ ਜਲ ਨਾਲ ਲਬਾਲਬ ਭਰ ਗਿਆ। ਗੁਰੂ ਅਰਜਨ ਸਾਹਿਬ ਜੀ ਨੇ ਇਸ਼ਨਾਨ ਕੀਤਾ, ਸਿੱਖ ਸੰਗਤਾਂ ਨੇ ਇਸ਼ਨਾਨ ਕੀਤਾ। ਦੇਸ਼ਾਂ ਵਿਦੇਸ਼ਾਂ ਵਿੱਚ ਪਤਾ ਲੱਗ ਗਿਆ ਵੀ ਸਰੋਵਰ ਮਹਾਰਾਜ ਦਾ ਤਿਆਰ ਹੋ ਗਿਆ ਹੈ ਜੀ। ਸੰਗਤ ਜੀ, ਜਿੰਨੀ ਕੁ ਕਥਾ ਤੁਸੀਂ ਸੁਣੀ ਹੈ, ਪਹਿਲਾ ਸਰੋਵਰ ਹੈ ਜਿਹੜਾ ਵੱਡੇ ਪੱਧਰ ਤੇ ਤਿਆਰ ਕੀਤਾ ਗਿਆ ਹੈ ਜੀ।
ਉਂਝ ਗੁਰੂ ਅਮਰਦਾਸ ਸਾਹਿਬ ਜੀ ਨੇ ਬਾਉਲੀ ਤਿਆਰ ਕਰਵਾਈ ਜੀ। ਔਰ ਤੋਂ ਬਾਅਦ ਗੁਰੂ ਰਾਮਦਾਸ ਜੀ ਇਸੇ ਸਰੋਵਰ ਨੂੰ ਖੁਦਵਾਉਂਦੇ ਰਹੇ ਆ। ਫਿਰ ਸੰਤੋਖ ਸਰ ਵਾਲਾ ਸਰੋਵਰ ਖੁਦਵਾਇਆ ਗਿਆ ਜੀ। ਪਰ ਤਿਆਰ ਮੁਕੰਮਲ ਰੂਪ ਵਿੱਚ ਪਹਿਲਾ ਸਰੋਵਰ ਹੈ ਜਿਹੜਾ ਇੰਨੇ ਵੱਡੇ ਪੱਧਰ ਤੇ ਤਿਆਰ ਹੋਇਆ ਜੀ। ਸੋ ਹੁਣ ਇਹਦੇ ਤੋਂ ਅੱਗੇ ਕਥਾ ਆਪਾਂ ਪ੍ਰੇਮ ਨਾਲ ਸਰਵਣ ਕਰਨੀ ਹੈ। ਸਾਰੀ ਸੰਗਤ ਨੇ, ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੇ ਮਹਾਰਾਜ। ਇੱਕ ਵਾਰੀ ਪਿਆਰ ਨਾਲ ਗੱਜ ਕੇ ਕਹਿ ਦਿਓ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਆਪ ਸਤਿਗੁਰੂ ਕਾਰ ਕਰਾਵੈ, ਮੱਜਨ ਕੋ ਫਲ ਘਨੋ ਸੁਨਾਵੈ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਸੇਵਾ ਕਰਾ ਰਹੇ ਜੀ ਸਾਰੇ ਸਰੋਵਰ ਦੀ, ਦਰਬਾਰ ਸਾਹਿਬ ਦੀ ਜੀ। ਤੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨਾ ਜੀ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਦਾ ਫਲ ਵੀ ਸੰਗਤ ਨੂੰ ਸੁਣਾਉਂਦੇ ਆ। ਭਾਗਾਂ ਵਾਲਿਓ ਕਰ ਲੋ ਇਸ਼ਨਾਨ। ਹਾਂਜੀ, ਨਾਨਕ ਕਸ ਮਲ ਜਾਹੇ ਨਹਾਇਆ ਰਾਮਦਾਸ ਸਰ। ਸਿੱਖ ਸੰਗਤਾਂ ਨੂੰ ਮਹਾਰਾਜ ਆਪ ਇਹਦਾ ਇਸ਼ਨਾਨ ਦਾ ਫਲ ਦੱਸਦੇ ਆ। ਪਸਰਿਓ ਸੁਜਸ ਦੇਸ ਪ੍ਰਦੇਸ਼। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਗੱਲ ਦਾ ਜਸ ਫੈਲ ਗਿਆ ਜੀ। ਸਿਫਤਾਂ ਹੋਣ ਲੱਗ ਪਈਆਂ ਜੀ ਸਰੋਵਰ ਦੀਆਂ ਜੀ। ਹਾਂਜੀ, ਸੁਣ ਸੁਣ ਆਵਹਿ ਸਿੱਖ ਵਿਸ਼ੇਸ਼। ਤੇ ਸੁਣ ਸੁਣ ਕੇ ਨਾ ਜੀ ਵਿਸ਼ੇਸ਼ ਸਿੱਖ ਆਉਂਦੇ ਆ ਜੀ। ਵਿਸ਼ੇਸ਼ ਸਿੱਖ ਪਤਾ ਕਿਹੜੇ ਹੁੰਦੇ ਜੀ? ਜਿਨ੍ਹਾਂ ਦੇ ਮਨਾਂ ਵਿੱਚ ਭਾਵਨਾ ਹੁੰਦੀ ਹੈ ਜੀ, ਜਿਨ੍ਹਾਂ ਦੇ ਮਨਾਂ ਵਿੱਚ ਪਿਆਰ ਹੁੰਦਾ ਹੈ ਜੀ। ਪਿਆਰ ਵਾਲੇ ਸਿੱਖ ਸੁਣਦੇ ਆ ਤੇ ਸੁਣ ਸੁਣ ਕੇ ਉਚੇਚਾ ਆ ਰਹੇ ਨੇ ਇਸ ਪਾਸੇ ਦਰਸ਼ਨ ਕਰਨ ਵਾਸਤੇ ਜੀ। ਹਾਂਜੀ, ਇੱਕ ਦਰਸ਼ਨ ਕੀ ਕਾਂਖਾ ਘਨੀ। ਸਿੱਖ ਸੰਗਤਾਂ ਦੇ ਮਨ ਵਿੱਚ ਇਹ ਵੀ ਗੱਲ ਹੈਗੀ ਹੈ, ਇੱਕ ਤਾਂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਨੂੰ ਦਰਸ਼ਨ ਹੋ ਜਾਣਗੇ ਜੀ। ਹਾਂਜੀ, ਦੁਤੀਏ ਸਰ ਕੀ ਉਸਤਤ ਸੁਣੀ। ਦੂਜਾ ਸਰੋਵਰ ਦੀ ਉਸਤਤ ਸੁਣੀ ਹੈ, ਸਰੋਵਰ ਚੋਂ ਇਸ਼ਨਾਨ ਹੋ ਜਾਏਗਾ ਜੀ। ਉਹ ਦੋ ਗੱਲਾਂ ਰਲ ਗਈਆਂ ਜੀ ਉੱਥੇ ਜੀ। ਹਾਂਜੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ, ਦੂਜਾ ਸਰੋਵਰ ਦਾ ਇਸ਼ਨਾਨ ਜੀ। ਦਰਸ਼ਨ ਤੇ ਇਸ਼ਨਾਨ ਕਰਨ ਦਾ ਮੌਕਾ ਮਿਲਣਾ ਜੀ ਸੰਗਤਾਂ ਨੂੰ। ਹਾਂਜੀ, ਚਿਤ ਮਹਿ ਚੌਂਪ ਆਦਿਕ ਕਰ ਆਵੈ। ਇਸ ਕਰਕੇ ਬਹੁਤਾ ਹੀ ਆਪਣੇ ਮਨ ਵਿੱਚ ਪਿਆਰ ਵਧਾ ਕੇ ਨਾ ਜੀ, ਬਹੁਤਾ ਪਿਆਰ ਵਧਾ ਕੇ ਸਿੱਖ ਸੰਗਤਾਂ ਪਹੁੰਚ ਰਹੀਆਂ ਨੇ ਜੀ। ਹਾਂਜੀ, ਸਾਰ ਇਸ਼ਨਾਨ ਕਰ ਔਰ ਹਰ ਖਾਵੈ। ਆਉਂਦੇ ਨੇ ਤੇ ਸਤਿਗੁਰ ਦਿਓ ਪ੍ਰਤੱਖ ਹਰ ਮੂਰਤ, ਪ੍ਰਤੱਖ ਰੱਬ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਜੀ। ਨਾਲੇ ਦਰਸ਼ਨ ਕਰਦੇ ਆ, ਨਾਲੇ ਇਸ਼ਨਾਨ ਕਰਦੇ ਆ ਤੇ ਮਨ ਵਿੱਚ ਬੜੀ ਖੁਸ਼ੀ ਵੱਧਦੀ ਹੈ ਜੀ। ਹਾਂਜੀ, ਦਰਸਹਿ ਸਤਿਗੁਰ ਕੋ ਸੁਖ ਪਾਏ। ਗੱਜ ਕੇ ਆਖੋ ਸੰਗਤ ਜੀ, ਜਦੋਂ ਪ੍ਰੇਮੀ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਦੇ ਆ ਨਾ ਜੀ, ਤੇ ਦਰਸ਼ਨ ਕਰਕੇ ਉਹਨਾਂ ਦੇ ਮਨਾਂ ਨੂੰ ਠੰਡ ਪੈਂਦੀ ਹੈ ਜੀ। ਠੰਡ ਪੈਂਦੀ ਹੈ, ਸੁੱਖ ਮਿਲਦਾ ਦਰਸ਼ਨ ਕਰ ਕਰਕੇ ਜੀ। ਹਾਂਜੀ, ਅਨੇਕ ਭਾਂਤ ਕੋ ਸੁਜਸ ਸੁਨਾਏ। ਤੇ ਫਿਰ ਅਨੇਕ ਤਰ੍ਹਾਂ ਨਾਲ ਮਹਾਰਾਜ ਦੀਆਂ ਸਿਫਤਾਂ ਕਰਦੇ। ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ ਠੰਡ ਪੈ ਗਈ ਸੱਚੇ ਪਾਤਸ਼ਾਹ। ਹਾਂਜੀ, ਜਗ ਸਾਗਰ ਦੁਸ਼ਤਰ ਬੜ ਦਾਰਨ। ਹਾਂਜੀ, ਤਿਸ ਤੇ ਆਪਣੇ ਦਾਸ ਉਬਾਰਨ। ਤੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰ ਰਹੇ ਨੇ, ਮਹਾਰਾਜ ਇਸ ਜਗਤ ਰੂਪੀ ਸਾਗਰ ਵਿੱਚੋਂ, ਅੱਗ ਦੇ ਸਮੁੰਦਰ ਵਿੱਚੋਂ ਆਪਣਾ ਸੇਵਕ ਜਾਣ ਕੇ ਮਹਾਰਾਜ ਸਾਨੂੰ ਤਾਰ ਦਿਓ, ਸਾਨੂੰ ਬਚਾ ਲਿਓ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਧਿਆਨ ਨਾਲ ਕਥਾ ਸੁਣਿਆ ਕਰੋ। ਜਿਹੜੇ ਸਿੱਖ ਧਿਆਨ ਨਾਲ ਕਥਾ ਸੁਣਦੇ ਆ ਨਾ ਜੀ, ਉਹਨਾਂ ਨੂੰ ਅਰਦਾਸ ਬੇਨਤੀ ਕਰਨ ਦੀ ਜਾਚ ਆ ਜਾਂਦੀ ਹੈ ਜੀ।
ਹਾਂਜੀ, ਕਿੱਡੀ ਸੋਹਣੀ ਉਹ ਗੱਲ ਕਰਨ ਦੇ ਆ। ਮਹਾਰਾਜ ਜਗਤ ਤੋਂ ਤਰਨਾ ਔਖਾ ਹੈਗਾ ਹੈ, ਪਰ ਤੁਸੀਂ ਕਿਰਪਾ ਕਰਕੇ ਆਪਣੇ ਦਾਸ ਜਾਣ ਕੇ ਸਾਨੂੰ ਬਚਾ ਲਿਓ ਮਹਾਰਾਜ। ਹਾਂਜੀ, ਕਰਿਓ ਸਭਨ ਪਰ ਬੜ ਉਪਕਾਰਾ। ਹੇ ਸੱਚੇ ਪਾਤਸ਼ਾਹ, ਮਹਾਰਾਜ ਤੁਸਾਂ ਸਾਡੇ ਤੇ ਵੱਡਾ ਉਪਕਾਰ ਕੀਤਾ ਹੈ, ਬੜੀ ਮਿਹਰ ਕੀਤੀ ਹੈ ਸਾਡੇ ਉੱਤੇ। ਧੰਨ ਧੰਨ ਗੁਰ ਸਿੱਖ ਦਾਤਾਰਾ। ਤੇ ਧੰਨ ਚ ਸੱਚੇ ਪਾਤਸ਼ਾਹ ਤੁਸੀਂ, ਧੰਨ ਚ ਸਿੱਖਾਂ ਦੇ ਦਾਤੇ ਹੋ ਤੁਸੀਂ। ਪਿਆਰ ਨਾਲ ਨਾ ਗੱਜ ਕੇ, ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹੇ ਮਹਾਰਾਜ, ਆਪ ਜੀ ਨੇ ਬੜਾ ਵੱਡਾ ਪਰਉਪਕਾਰ ਕੀਤਾ, ਬੜੀ ਮਿਹਰ ਕੀਤੀ ਸੱਚੇ ਪਾਤਸ਼ਾਹ। ਸਰੋਵਰ ਬਣਾਇਆ ਮਹਾਰਾਜ, ਹਰਿਮੰਦਰ ਸਾਹਿਬ ਦਾ ਨਿਰਮਾਣ ਕਰਵਾ ਰਹੇ ਹੋ। ਅਜੇ ਉਦੋਂ ਹਰਿਮੰਦਰ ਸਾਹਿਬ ਤਿਆਰ ਨਹੀਂ ਹੋਇਆ, ਪੁੱਲ ਹੀ ਬਣਿਆ ਜੀ ਬਸ ਜੀ। ਹਾਂਜੀ, ਇਤਿਆਦਿਕ ਜਸ ਜਗ ਮਹਿ ਭਇਓ। ਇਸ ਤਰੀਕੇ ਨਾਲ ਗੁਰੂ ਅਰਜਨ ਦੇਵ ਜੀ ਦਾ ਜਸ, ਗੁਰੂ ਅਰਜਨ ਦੇਵ ਜੀ ਦੀ ਵਡਿਆਈ ਸਾਰੇ ਜਗਤ ਵਿੱਚ ਹੀ ਫੈਲ ਗਈ ਜੀ। ਦੇਸ਼ਾਂ ਵਿਦੇਸ਼ਾਂ ਵਿੱਚ ਪਤਾ ਲੱਗ ਗਿਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿੰਨੀਆਂ ਮਿਹਰਾਂ ਕਰ ਰਹੇ ਨੇ। ਹਾਂਜੀ, ਦੂਨ ਚੌਗੁਣਾ ਹੋਏ ਨਿਤ ਨਇਓ। ਵਾਹ ਵਾਹ। ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਸਿੱਖੋ ਦੂਣਾ ਚੌਣਾ ਜਸ ਰੋਜ਼ ਵੱਧ ਰਿਹਾ ਸੀਗਾ ਜੀ। ਦੂਣਾ ਚੌਣਾ ਜੀ, ਕਈ ਬੰਦਿਆਂ ਦਾ ਜਸ ਥਿਰ ਹੋ ਜਾਂਦਾ, ਟਿਕ ਜਾਂਦਾ, ਕਈਆਂ ਦਾ ਦਿਨੋਂ ਦਿਨ ਵਧੀ ਜਾਂਦਾ ਜੀ। ਉਹ ਨੇ ਗੁਰੂ ਅਰਜਨ ਦੇਵ ਮਹਾਰਾਜ। ਹਾਂਜੀ, ਕੇਤਕ ਕਾਲ ਸਰ ਮਹਿ ਜਲ ਰਹਿਓ। ਪਰ ਅੱਗੋਂ ਹੁਣ ਗੱਲ ਬੜੇ ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕੁਝ ਸਮਾਂ ਸਰੋਵਰ 'ਚ ਜਲ ਖਲੋਤਾ ਰਿਹਾ ਜੀ। ਕੁਝ ਸਮਾਂ ਮੀਂਹ ਦਾ ਜਿਹੜਾ ਜਲ ਸੀ ਨਾ ਜੀ, ਉਹ ਭਰਿਆ ਰਿਹਾ, ਖਲੋਤਾ ਰਿਹਾ ਜੀ। ਹਾਂਜੀ, ਬੋਹਰੋ ਸੋਖ ਸਰਬ ਨੇ ਲਹਿਓ। ਪਰ ਫਿਰ ਵਹਿੰਦਿਆਂ ਵਹਿੰਦਿਆਂ ਸਾਰਾ ਸਰੋਵਰ ਫਿਰ ਸੁੱਕ ਗਿਆ ਜੀ। ਸਾਰਾ ਜਲ ਜਿਹੜਾ ਨਾ ਜੀ ਉਹ ਸੁੱਕ ਗਿਆ ਜੀ। ਹਾਂਜੀ, ਸ੍ਰੀ ਅਰਜਨ ਕੇ ਢੇਗ ਸਿੱਖ ਸਾਰੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਸਿੱਖ ਇਕੱਠੇ ਹੋ ਕੇ ਆਏ ਜੀ। ਵੇਖਿਆ ਸਰੋਵਰ ਸੁੱਕ ਗਿਆ ਜੀ। ਹਾਂਜੀ, ਸੰਭਰਮ ਯੁਤ ਕਰ ਜੋਰ ਉਚਾਰੇ। ਤੇ ਫਿਰ ਸੰਭਰਮ, ਇਹਦਾ ਭਾਵ ਹੁੰਦਾ ਕਾਹਲੀ ਨਾਲ ਜੀ। ਜਿਵੇਂ ਬੰਦਾ ਉਤਾਵਲਾ ਨਹੀਂ ਹੁੰਦਾ ਜੀ, ਸਿੱਖ ਉਤਾਵਲੇ ਹੋ ਕੇ ਕਾਹਲੀ ਦੇ ਨਾਲ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗੇ ਜੀ। ਹਾਂਜੀ, ਇਹ ਤਾਲਨ ਮਹਿ ਦੋਸ਼ ਮਹਾਨਾ। ਮਹਾਰਾਜ ਸਰੋਵਰ ਚ ਬਣਾਉਣ ਚ ਕੋਈ ਦੋਸ਼ ਪੈਦਾ ਹੋ ਗਿਆ ਮਹਾਰਾਜ। ਹਾਂਜੀ, ਮਹਾਨੀਰ ਸੁਖ ਹੈ ਜਿਸ ਥਾਨਾ। ਕਿਉਂ ਖੜਾ ਖਲੋਤਾ ਪਾਣੀ ਸੁੱਕੀ ਜਾਂਦਾ ਹੈ। ਜਲ ਕਿੱਥੇ ਜਾ ਰਿਹਾ ਮਹਾਰਾਜ ਸੱਚੇ ਪਾਤਸ਼ਾਹ? ਮਹਾਰਾਜ ਕੋਈ ਦੋਸ਼ ਹੈ ਹੋ ਗਿਆ ਸਾਡੇ ਕੋਲੋਂ। ਹਾਂਜੀ, ਬਨਿਓ ਬਨਾਇਓ ਨਿਸ਼ਫਲ ਹੋਏ। ਜੇ ਮਹਾਰਾਜ ਜਲ ਹੀ ਨਾ ਵਿੱਚ ਟਿਕਿਆ ਤੇ ਸਰੋਵਰ ਬਣਾਉਣ ਦਾ ਕੀ ਫਾਇਦਾ ਹੋ ਗਿਆ? ਹਾਂਜੀ, ਬੀਚ ਨਾ ਠਹਿਰ ਸਕਹਿ ਜਲ ਜੋਏ। ਕਿਉਂ ਵਿੱਚ ਜਲ ਹੀ ਨਾ ਠਹਿਰ ਸਕਿਆ ਜੇ ਤੇ ਸੱਚੇ ਪਾਤਸ਼ਾਹ ਕਿਵੇਂ ਗੱਲ ਬਣੇਗੀ? ਹਾਂਜੀ, ਕੇਤਿਕ ਤਾਲ ਰਹੇ ਇਸ ਭਾਂਤ। ਹਾਂਜੀ, ਬਿਨ ਜਲ ਤੇ ਸੂਕੇ ਗਿਰ ਜਾਤ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕੇਤਿਕ ਕਾਲ ਰਹੇ ਇਸ ਭਾਂਤ। ਕਈ ਸਰੋਵਰ ਮਹਾਰਾਜ ਇਹੋ ਜਿਹੇ ਹੈਗੇ ਆ ਜਿਹੜੇ ਸੁੱਕ ਜਾਂਦੇ ਆ। ਕਈ ਥਾਵਾਂ ਤੇ ਤੁਹਾਨੂੰ ਸਰੋਵਰ ਸੁੱਕੇ ਹੋਏ ਮਿਲਦੇ ਹੋਣਗੇ ਜੀ। ਪੰਜਾਬ 'ਚ ਵੇਖ ਲਓ, ਅੰਮ੍ਰਿਤਸਰ ਦੇ ਲਾਗੇ ਲਾਗੇ ਹੈਗਾ ਜੀ ਇੱਕ ਸੁੱਕਾ ਤਲਾਅ ਹੈਗਾ ਜੀ, ਉਹਦਾ ਨਾਮ ਹੀ ਸੁੱਕਾ ਤਲਾਅ ਹੈਗਾ, ਮੰਦਰ ਵਾਲਾ ਰੋਡ ਜੀ, ਸੁਲਤਾਨਵਿੰਡ ਰੋਡ ਤੇ ਜੀ। ਤੇ ਮਹਾਰਾਜ ਜਦੋਂ ਸਰੋਵਰ ਸੁੱਕ ਜਾਂਦੇ, ਸਮੇਂ ਨਾਲ ਮਿੱਟੀ ਪੈ ਜਾਂਦੀ, ਗੱਲ ਖਤਮ ਹੋ ਜਾਂਦੀ ਹੈ। ਸਿੱਖ ਬੜੇ ਚਿੰਤਤ ਹੋਏ ਜੀ ਇਸ ਗੱਲ ਨੂੰ ਲੈ ਕੇ ਜੀ। ਚਿੰਤਾ ਦਾ ਵਿਸ਼ਾ ਵੀ ਹੈਗਾ ਜੀ। ਤੁਸੀਂ ਇੱਥੋਂ ਅੰਦਾਜ਼ਾ ਲਾਓ ਉਹ ਸਿੱਖ ਕਿੰਨੇ ਸੁਹਿਰਦ ਹੋਣਗੇ ਜੀ, ਕਿੰਨੀ ਚਿੰਤਾ ਹੋਏਗੀ ਜੀ ਉਹਨਾਂ ਨੂੰ ਇਸ ਗੱਲ ਦੀ ਜੀ। ਹਾਂਜੀ, ਮਹਾ ਬਿਗਨ ਇਹ ਤਾਲਨ ਕੇਰਾ। ਹਾਂਜੀ, ਜੋ ਰਾਵਰ ਕੇ ਸਰ ਮਹਿ ਹੇਰਾ। ਇਹ ਕੋਈ ਮਹਾਰਾਜ ਵਿਗਨ ਹੀ ਪੈ ਗਿਆ ਵਿੱਚ, ਸਮਝ ਨਹੀਂ ਆ ਰਹੀ ਜਲ ਜਾਂਦਾ ਕਿੱਥੇ ਹੈ। ਹਾਂਜੀ, ਨਿਹ ਉਪਾਏ ਇਹ ਦੋਸ਼ ਮਿਟਾਵਨ।
ਜਿਸ ਤੇ ਹੋਏ ਨੀਰ ਠਹਿਰਾਵਨ। ਹਾਂਜੀ। ਰਾਵਰ ਸਰਬ ਰੀਤ ਸਮਰੱਥ। ਤੇ ਮਹਾਰਾਜ ਅਸੀਂ ਆਪ ਜੀ ਦੇ ਕੋਲ ਆਏ ਆ, ਕਿਉਂ? ਕਿਉਂਕਿ ਆਪ ਜੀ ਸਮਰੱਥ ਹੋ। ਗੱਜ ਕੇ ਆਖੋ ਵਾਹਿਗੁਰੂ। ਸਮਰੱਥ ਦਾ ਮਤਲਬ ਹੁੰਦਾ ਸਭ ਕੁਝ ਕਰਨ ਵਾਲੇ ਜੀ। ਹੇ ਸੱਚੇ ਪਾਤਸ਼ਾਹ, ਆਪ ਜੀ ਸਾਰਾ ਕੁਝ ਕਰਨ ਵਾਲੇ ਹੋ। ਕਹੋ ਪ੍ਰੇਮ ਨਾਲ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਜਗ ਸਿਰਜਨ ਭਾਨਣ ਤੁਮ ਹੱਥ। ਸੱਚੇ ਪਾਤਸ਼ਾਹ, ਤੁਸੀਂ ਚਾਹੋ ਜਗਤ ਨੂੰ ਸਿਰਜ ਦਿਓ, ਤੁਸੀਂ ਚਾਹੋ ਜਗਤ ਨੂੰ ਮੁੜ ਖਤਮ ਕਰ ਦਿਓ, ਖਤਮ ਕਰਕੇ ਮੁੜ ਸਾਜ ਦਿਓ। ਸੱਚੇ ਪਾਤਸ਼ਾਹ ਆਪ ਜੀ ਸਮਰੱਥ ਹੋ, ਆਪ ਜੀ ਕਰਨ ਕਰਾਉਣ ਵਾਲੇ ਹੋ। ਮਹਾਰਾਜ ਇਹ ਕੀ ਖੇਡ ਬਣ ਗਈ ਹੈ। ਹਾਂਜੀ। ਸੁਣ ਸਿੱਖਣ ਤੇ ਸਤਿਗੁਰ ਪੂਰੇ। ਜਦੋਂ ਸਿੱਖਾਂ ਦੇ ਮੁਖੋਂ ਗਰੀਬ ਨਵਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਗੱਲ ਸੁਣੀ ਨਾ ਜੀ, ਇਹ ਬੇਨਤੀ ਸੁਣੀ, ਸ੍ਰੀ ਮੁਖ ਤੇ ਭਾਖੇ ਬਚ ਰੂਰੇ। ਗੱਜ ਕੇ ਆਖੋ ਵਾਹਿਗੁਰੂ। ਤੇ ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾ ਜੀ ਬਚਨ ਕੀਤਾ ਜੀ। ਫਿਰ ਜੀ ਬੜੇ ਧਿਆਨ ਨਾਲ ਸੁਣਿਓ ਜੀ। ਹਾਂਜੀ। ਇਸ ਤਲਾਬ ਕੋ ਤ੍ਰਿਪਤ ਨ ਹੋਈ। ਮਹਾਰਾਜ ਕਹਿਣ ਲੱਗੇ, ਹੁਣ ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿੰਦੇ ਇਹ ਸਰੋਵਰ ਨਾ ਰੱਜਿਆ ਨਹੀਂ ਹੈਗਾ, ਇਹ ਸਰੋਵਰ ਰੱਜਿਆ ਨਹੀਂ ਹੈਗਾ। ਹਾਂਜੀ। ਰੀਤ ਸ਼ੁਦਾਤੁਰ ਸੰਸਰ ਜੋਈ। ਜਿਵੇਂ ਮਹਾਰਾਜ ਕਹਿੰਦੇ ਕਿਸੇ ਨੂੰ ਭੁੱਖ ਲੱਗੀ ਹੋਵੇ, ਉਹ ਰੱਜਦਾ ਨਹੀਂ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸਰੋਵਰ ਰੱਜਿਆ ਨਹੀਂ ਹੈਗਾ। ਹਾਂਜੀ। ਸਰ ਸੰਤੋਖ ਥਾਨ ਜਿਸ ਪਾਵਨ। ਹਾਂਜੀ। ਤਿਹ ਕੀ ਕਰੋ ਕਾਰ ਇਤ ਲਿਆਵਨ। ਤੇ ਮਹਾਰਾਜ ਕਹਿਣ ਲੱਗੇ ਵਿਚਲੀ ਗੱਲ ਇਹ ਹੈ, ਜਿਹੜੀ ਸਰੋਵਰ ਦੇ ਥੱਲੇ ਮਿੱਟੀ ਹੈ ਨਾ, ਮੇਨ ਜਿਹਦੇ ਤੇ ਜਲ ਖਲੋਤਾ, ਉਹ ਰੇਤੀਲੀ ਹੈਗੀ ਹੈ। ਤੁਸੀਂ ਸਿਆਣੇ ਬੈਠੇ ਹੋ, ਰੇਤੀਲੀ ਮਿੱਟੀ ਹੋਵੇ ਨਾ ਜੀ, ਰੇਤੀਲੀ, ਉਹਦੇ ਤੇ ਪਾਣੀ ਨਹੀਂ ਠਹਿਰਦਾ ਜੀ, ਉਹ ਸਾਰਾ ਪਾਣੀ ਪੀ ਜਾਂਦੀ ਜੀ, ਸਭ ਪਾਣੀ ਪੀ ਜਾਂਦੀ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਹੁਣ ਕੀ ਕਰਨਾ ਹੈ? ਮਹਾਰਾਜ ਕਹਿਣ ਲੱਗੇ ਹੁਣ ਚੱਲੋ ਸੰਤੋਖ ਸਰ। ਫਿਰ ਗੱਜ ਕੇ ਆਖੋ ਵਾਹਿਗੁਰੂ। ਜਿੱਥੇ ਸੰਤੋਖ ਸਰ ਹੈ ਨਾ, ਕਹਿਣ ਲੱਗੇ ਹਾਂਜੀ, ਤ੍ਰਿਸ ਮ੍ਰਿਤਕਾ ਤੇ ਹੋਏ ਸੰਤੋਸ਼। ਉਹ ਉਥੋਂ ਮਿੱਟੀ ਲੈ ਕੇ ਆਓ, ਮਹਾਰਾਜ ਕਹਿਣ ਲੱਗੇ। ਹਾਂਜੀ। ਦੋ ਕਾਰਨ ਨੇ। ਇੱਕ ਤਾਂ ਉਹ ਪਹਿਲਾ ਸਰੋਵਰ ਹੈ, ਉਹਨੂੰ ਮਹਾਨਤਾ ਵੀ ਮਿਲੇ ਕਿ ਦਰਬਾਰ ਸਾਹਿਬ ਸਰੋਵਰ 'ਚ ਜਲ ਤਾਂ ਠਹਿਰਿਆ ਹੈ ਜਦੋਂ ਸੰਤੋਖ ਸਰ ਦੀ ਮਿੱਟੀ ਪਈ ਹੈ। ਦੂਜਾ ਕਾਰਨ ਇਹ ਵੀ ਹੈ, ਉਥੋਂ ਦੀ ਮਿੱਟੀ ਚੀਕਣੀ ਸੀਗੀ ਜੀ, ਤੇ ਚੀਕਣੀ ਮਿੱਟੀ ਜਦੋਂ ਥੱਲੇ ਵਿਛ ਜੇ ਨਾ ਜੀ, ਤੇ ਪਾਣੀ ਸਿਮਦਾ ਨਹੀਂ ਹੈ ਜੀ, ਪਾਣੀ ਨਹੀਂ ਸਿਮਦਾ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਸੰਤੋਖ ਸਰ ਦੀ ਮਿੱਟੀ ਲੈ ਕੇ ਆਓ। ਸੰਤੋਖ ਸਰ ਦੀ ਮਿੱਟੀ ਮਹਾਰਾਜ ਕਹਿਣ ਲੱਗੇ ਇਹ ਸਰੋਵਰ ਲਏਗਾ ਤੇ ਫਿਰ ਤ੍ਰਿਪਤ ਹੋਏਗਾ, ਕਹਿਣ ਲੱਗੇ। ਹਾਂਜੀ। ਸਕਲ ਬਿਨਾਸ਼ ਹੈ ਤ੍ਰਿਸ਼ਨਾ ਦੋਸ਼। ਫਿਰ ਇਹਨੇ ਰੱਜ ਜਾਣਾ ਸਰੋਵਰ ਨੇ, ਸੰਤੋਖ ਸਰ ਦੀ ਮਿੱਟੀ ਨਾਲ ਇਹਨੂੰ ਸੰਤੋਖ ਆਏਗਾ, ਕਹਿਣ ਲੱਗੇ। ਹਾਂਜੀ। ਬ੍ਰਿਧ ਆਦਿਕ ਸਿੱਖ ਸਗਰੇ ਜਾਵਹਿ। ਤੇ ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਨੂੰ ਲੈ ਜਾਓ, ਭਾਈ ਗੁਰਦਾਸ ਜੀ ਨੂੰ ਲੈ ਜਾਓ, ਇਹ ਜਿਹੜੇ ਮਹਾਨ ਮਹਾਨ ਸਿੱਖ ਨੇ ਨਾ, ਇਹ ਸਾਰੇ ਜਾਓ, ਕਹਿਣ ਲੱਗੇ। ਹਾਂਜੀ। ਏਕ ਬਾਰ ਜੇਤਿਕ ਧਰ ਲਿਆਵਹਿ। ਤੇ ਕਹਿਣ ਲੱਗੇ ਇੱਕੋ ਵਾਰ ਹੀ ਲੈ ਆਓ, ਇੱਕੋ ਵਾਰ ਮਿੱਟੀ ਲੈ ਆਓ, ਮਹਾਰਾਜ ਕਹਿਣ ਲੱਗੇ। ਹਾਂਜੀ। ਸ੍ਰੀ ਅੰਮ੍ਰਿਤਸਰ ਮਹਿ ਸਭ ਪਾਵਹਿ। ਤੇ ਗੱਜ ਕੇ ਆਖੋ ਤੇ ਲਿਆ ਕੇ ਅੰਮ੍ਰਿਤ ਸਰੋਵਰ ਦੇ ਹੇਠਾਂ ਵਿਛਾ ਦਿਓ, ਕਹਿਣ ਲੱਗੇ। ਉਥੋਂ ਦੀ ਮਿੱਟੀ ਲਿਆ ਕੇ ਇੱਥੇ ਪਾਓ। ਹਾਂਜੀ। ਦੇਹ ਸੰਤੋਸ਼ ਜਲ ਕੋ ਠਹਿਰਾਓ। ਫਿਰ ਕਿਰਪਾ ਹੋਏਗੀ, ਅੰਮ੍ਰਿਤ ਸਰੋਵਰ ਦਾ ਜਲ ਜਿਹੜਾ ਉਹ ਠਹਿਰ ਜਾਏਗਾ, ਠਹਿਰ ਜਾਏਗਾ। ਇਹ ਇਸੇ ਕਰਕੇ ਸਾਧ ਸੰਗਤ ਜੀ ਸੰਤੋਖ ਸਰ ਸਾਹਿਬ ਜੀ ਦੀ ਜਿਹੜੀ ਮਿੱਟੀ ਹੈ, ਵਾਹਿਗੁਰੂ ਸੰਤੋਖ ਸਰ ਵਿੱਚ ਪਹਿਲਾਂ ਸਿੱਖ ਇਸ਼ਨਾਨ ਕਰਦੇ ਜਾ ਕੇ ਜੀ। ਹਾਂਜੀ।
ਸੁਨ ਸਤ ਗੁਰ ਕੇ ਵਾਕ ਸੁਹਾਏ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਬਚਨ ਸੁਣ ਕੇ ਹਾਂਜੀ ਸਿੱਖ ਇਕੱਤਰ ਭਏ ਸਮੁਦਾਏ। ਤੇ ਗੁਰੂ ਕੇ ਸਿੱਖ ਇਕੱਠੇ ਹੋਏ ਜੀ, ਬੜੀ ਵੱਡੀ ਗਿਣਤੀ ਚ ਜੀ, ਹਜ਼ਾਰਾਂ ਸਿੱਖ ਇਕੱਠੇ ਹੋਏ ਜੀ। ਹਾਂਜੀ ਮੇਲ ਸੰਤੋਖ ਸਰ ਪਰ ਸਭ ਗਏ। ਤੇ ਸਾਰੇ ਇਕੱਠੇ ਹੋ ਕੇ ਸੰਤੋਖ ਸਰ ਸਾਹਿਬ ਵਾਲੇ ਸਥਾਨ ਤੇ ਗਏ। ਗੱਜ ਕੇ ਆਖੋ ਵਾਹਿਗੁਰੂ। ਧੰਨ ਬਾਬਾ ਬੁੱਢਾ ਜੀ, ਧੰਨ ਭਾਈ ਗੁਰਦਾਸ ਜੀ, ਸਾਰੇ ਇਕੱਠੇ ਹੋ ਕੇ ਗਏ ਜੀ ਉੱਥੇ। ਹਾਂਜੀ ਤੇ ਕੀ ਮ੍ਰਿਤਕਾ ਲਿਆਵਤ ਭਏ। ਉਥੋਂ ਦੀ ਫਿਰ ਮਿੱਟੀ ਲੈ ਕੇ ਆਏ ਜੇਤਿਕ ਤਾਲ ਅੰਤਰ ਵਿਸਤਾਰਾ। ਤੇ ਜਿੰਨੀ ਕੁ ਸਰੋਵਰ ਦੇ ਵਿੱਚ ਵਿਛ ਸਕਦੀ ਸੀ ਨਾ ਓਨੀ ਮਿੱਟੀ ਲੈ ਗਏ। ਥੋੜੀ ਨਹੀਂ ਮਿੱਟੀ ਆਈ ਹੋਏਗੀ, ਟਰਾਲੀਆਂ ਦੀਆਂ ਟਰਾਲੀਆਂ ਹੀ ਆਈਆਂ ਹੋਣਗੀਆਂ ਜੀ। ਉਸ ਸਮੇਂ ਤੇ ਟਰਾਲੀਆਂ ਨਹੀਂ ਸੀ ਹੈਗੀਆਂ, ਗੱਡਿਆਂ ਦੇ ਗੱਡੇ ਮਿੱਟੀਆਂ ਭਰੇ ਗਏ ਜੀ। ਹਾਂਜੀ ਤੇ ਸਾਰਾ ਦਿਨ ਸੰਗਤਾਂ ਮਿੱਟੀ ਢੋਂਦੀਆਂ ਰਹੀਆਂ ਜੀ। ਹਾਂਜੀ ਤਰ ਹਰਮੰਦਰ ਚੌਹਦਿਸ਼ ਸਾਰਾ। ਤੇ ਫਿਰ ਹਰਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ ਚਾਰੇ ਪਾਸੇ ਸੰਤੋਖ ਸਰ ਸਾਹਿਬ ਜੀ ਦੀ ਮਿੱਟੀ ਫੈਲਾਈ ਗਈ ਜੀ। ਹਾਂਜੀ ਮ੍ਰਿਤਕਾ ਸਗਲ ਥਾਨ ਪਰਸਾਈ। ਹਾਂਜੀ ਸਤਿਗੁਰ ਕਹਿ ਕਰ ਸਭ ਬਿਥਰਾਈ। ਗੁਰੂ ਸਾਹਿਬ ਜੀ ਦੇ ਬਚਨ ਨਾਲ ਉਹ ਮਿੱਟੀ ਖਿਲਾਰ ਦਿੱਤੀ ਗਈ ਜੀ ਚੰਗੀ ਤਰ੍ਹਾਂ। ਹਾਂਜੀ ਬਹੁਰ ਨੀਰ ਸ਼ੁਸ਼ਕਿਓ ਨਹਿ ਕਬੈ। ਹਾਂਜੀ ਪੂਰਨ ਰਹਿਓ ਭਰਿਓ ਜਲ ਸਬੈ। ਤੇ ਬਸ ਫਿਰ ਕੀ ਸੀਗਾ ਜੀ, ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਫਿਰ ਨਹੀਂ ਪਾਣੀ ਜਿਹੜਾ ਉਹ ਸੁੱਕਿਆ, ਪਾਣੀ ਖਲੋ ਗਿਆ ਜੀ। ਫਿਰ ਨਹੀਂ ਪਾਣੀ ਸੁੱਕਿਆ, ਫਿਰ ਨਹੀਂ ਜਲ ਸੁੱਕਿਆ ਜੀ। ਹਾਂਜੀ ਸਿੱਖ ਸੰਗਤ ਸਮੁਦਾਇ ਆਨੰਦ। ਹਾਂਜੀ ਮਜਤ ਕਲਮਲ ਹਤਹ ਬਿਲੰਦ। ਕਹਿੰਦੇ ਜਦੋਂ ਮਿੱਟੀ ਵਿਛਾਈ ਨਾ ਜੀ, ਰੱਬ ਨੇ ਮਿਹਰ ਕੀਤੀ, ਫਿਰ ਮੀਂਹ ਪਾਇਆ ਜੀ। ਦੂਜੀ ਵਾਰੀ ਫਿਰ ਮੀਂਹ ਦੇ ਨਾਲ ਸਰੋਵਰ ਦਾ ਜਲ ਭਰ ਗਿਆ ਜੀ। ਹਾਂਜੀ ਸਭ ਕੁਝ ਤੇ ਗੁਰੂ ਸਾਹਿਬ ਦੇ ਹੱਥ ਵਿੱਚ ਹੈਗਾ ਜੀ। ਭੈ ਵਿੱਚ ਚੱਲ ਹੈ ਲੱਖ ਦਰਿਆਓ, ਲੱਖਾਂ ਦਰਿਆ ਗੁਰੂ ਸਾਹਿਬ ਜੀ ਦੇ ਭੈ ਵਿੱਚ ਚੱਲਦੇ ਨੇ ਜੀ। ਗੁਰੂ ਸਾਹਿਬ ਨੇ ਮਿਹਰ ਕੀਤੀ ਜੀ, ਜਲ ਆਇਆ ਉੱਤੋਂ ਆਕਾਸ਼ੋਂ, ਸਰੋਵਰ ਲਬਾ ਲੱਭ ਭਰ ਗਿਆ ਜੀ। ਹਾਂਜੀ ਦੋਹਰਾ ਸ੍ਰੀ ਹਰਮੰਦਰ ਕੋ ਬਹੁਰ ਕਾਰੀਗਰਨ ਲਗਾਏ। ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਕਾਰੀਗਰ ਲਵਾਏ ਜੀ, ਬੜੇ ਕਾਰੀਗਰ ਲਵਾਏ ਜੀ। ਕਾਦੇ ਵਾਸਤੇ? ਹਰਮੰਦਰ ਸਾਹਿਬ ਬਣਾਉਣ ਵਾਸਤੇ ਜੀ। ਹਾਂਜੀ ਕਰਤ ਉਸਾਰਨ ਕੋ ਭਲੇ ਚੌਹਦਿਸ਼ ਦਰ ਰਖਵਾਏ। ਤੇ ਗੁਰੂ ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ 4 ਦਰਵਾਜ਼ੇ ਰਖਾਏ ਜੀ। ਫਿਰ ਜੀ ਹਰਮੰਦਰ ਸਾਹਿਬ ਤਿਆਰ ਹੋਣ ਲੱਗ ਪਿਆ ਜੀ, ਹੌਲੀ ਹੌਲੀ ਸਹਿਜੇ ਸਹਿਜੇ ਡਾਟਾਂ ਤਿਆਰ ਹੋਈਆਂ ਜੀ, ਬੜੀਆਂ ਸੋਹਣੀਆਂ ਜੀ। ਹਾਂਜੀ ਸੁਦਾ ਸਰੋਵਰ ਆਰ ਗੁਰ ਧਾਮੂ। ਹਾਂਜੀ ਦੋਨੋਂ ਬਿਖੈ ਜੋ ਥਲ ਬਬਰਾਮੂ। ਸੋ ਇਸ ਤਰੀਕੇ ਨਾਲ ਅੰਮ੍ਰਿਤ ਸਰੋਵਰ ਵੀ ਤਿਆਰ ਹੋ ਗਿਆ ਜੀ, ਉੱਤੇ ਹਰਮੰਦਰ ਸਾਹਿਬ ਤਿਆਰ ਹੋ ਗਿਆ ਜੀ। ਹੋ ਰਿਹਾ ਜੀ ਅਜੇ ਹੌਲੀ ਹੌਲੀ ਜੀ। ਹਾਂਜੀ ਤਹ ਬਾਜ਼ਾਰ ਕੀ ਚਿਤਨੀ ਹੋਏ। ਹੌਲੀ ਹੌਲੀ ਸਾਧ ਸੰਗਤ ਜੀ ਬਾਜ਼ਾਰ ਬਣਨੇ ਸ਼ੁਰੂ ਹੋ ਗਏ ਜੀ ਉੱਥੇ ਜੀ। ਹਾਂਜੀ ਨਿਜ ਨਿਜ ਹਾਟ ਸੁਧਾਰਹ ਕੋਈ। ਲੋਕ ਦਰਬਾਰ ਸਾਹਿਬ ਜੀ ਦੇ ਲਾਗੇ ਲਾਗੇ ਨਾ ਜੀ ਆਪੋ ਆਪਣੀਆਂ ਹੱਟੀਆਂ ਬਣਾ ਰਹੇ ਨੇ ਜੀ। ਹੱਟੀ ਮਤਲਬ ਦੁਕਾਨ। ਆਪੋ ਆਪਣੀਆਂ ਹੱਟੀਆਂ ਪਾ ਰਹੇ ਨੇ, ਦੁਕਾਨਾਂ ਪਾ ਰਹੇ ਨੇ, ਲਾਗੇ ਹੌਲੀ ਹੌਲੀ ਬਾਜ਼ਾਰ ਬਣਨ ਲੱਗ ਪਏ ਜੀ। ਹਾਂਜੀ ਜਿਉ ਵਰਦੇ ਤਿਉ ਸ਼ਬਦ ਬਣਾਵੇਂ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਰਿਆਂ ਨੂੰ ਕਹਿੰਦੇ ਆ, ਆਓ ਭਾਈ ਇੱਥੇ ਦੁਕਾਨਾਂ ਬਣਾਓ। ਜਿਵੇਂ ਵਰ ਦਿੰਦੇ ਆ ਉਵੇਂ ਹੀ ਫਿਰ ਅੱਗੋਂ ਕਿਰਪਾ ਹੋ ਜਾਂਦੀ ਹੈ ਜੀ। ਹਾਂਜੀ ਸਤਿਗੁਰ ਤੇ ਸਭ ਸਿੱਖ ਸੁਨ ਪਾਵੇਂ। ਹਾਂਜੀ ਹੋਵੇ ਵਸਦੀ ਸਗਨ ਅਪਾਰ। ਗੁਰੂ ਸਾਹਿਬ ਮਹਾਰਾਜ ਨੇ ਪਤਾ ਕੀ ਕਿਹਾ? ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਇਸ ਨਗਰ ਨੇ ਸੁੱਖਾਂ ਨਾਲ ਵਸਦੇ ਰਹਿਣਾ, ਵਸਦੀ ਸਗਨ ਅਪਾਰ। ਤੇ ਬਾਣੀ 'ਚ ਸ਼ਬਦ ਇਹ ਆਇਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਮਹਾਰਾਜ ਨੇ ਕਿਹਾ ਸੀ ਰਾਮਦਾਸਪੁਰੀ ਬਹੁਤ ਸੰਘਣੀ ਵਸਣੀ ਹੈ। ਸੋ ਗੁਰੂ ਅਰਜਨ ਸਾਹਿਬ ਨੇ ਸਾਰਿਆਂ ਨੂੰ ਹੁਕਮ ਕੀਤਾ, ਆਓ ਭਾਈ ਇੱਥੇ ਆ ਕੇ ਵਸੋ, ਇਹ ਬੜਾ ਸੰਘਣਾ ਇਲਾਕਾ ਵਸੇਗਾ। ਹਾਂਜੀ ਰਾਮਦਾਸਪੁਰ ਬਣਹਿ ਬਾਜ਼ਾਰ। ਰਾਮਦਾਸ ਨਗਰੀ ਦੇ ਵਿੱਚ, ਇਸ ਮਹਾਨ ਨਗਰੀ ਦੇ ਵਿੱਚ
ਬੜੇ ਬੜੇ ਬਾਜ਼ਾਰ ਬਣਨਗੇ ਜੀ। ਬਣੇ ਕਿ ਨਹੀਂ ਬਣੇ ਜੀ ਅੱਜ ਜੀ? ਹਾਂਜੀ, ਲਗਭਗ ਹਰ ਚੀਜ਼ ਅੰਮ੍ਰਿਤਸਰ ਸ਼ਹਿਰ ਵਿੱਚੋਂ ਮਿਲ ਜਾਂਦੀ ਜੀ। ਹਾਂਜੀ, ਇਸ ਕੇ ਸਮ ਹੋਏ ਨਗਰ ਨਾ ਕੋਈ। ਵਾਹ ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਸ੍ਰੀ ਗੁਰੂ ਅਰਜਨ ਸਾਹਿਬ ਕਹਿ ਰਹੇ ਜੀ। ਹਾਂਜੀ, ਕਹਿਣ ਲੱਗੇ ਇਹਦੇ ਬਰਾਬਰ ਕੋਈ ਨਗਰੀ ਹੋਰ ਨਹੀਂ ਹੋ ਸਕਦੀ ਜੀ। ਇਸੇ ਕਰਕੇ ਪੁਰਾਤਨ ਨਿਹੰਗ ਸਿੰਘ ਜਦੋਂ ਆਉਂਦੇ ਮਹੱਲਿਆਂ ਤੇ ਉੱਚੀ ਉੱਚੀ ਸ਼ਬਦ ਪੜ੍ਹਦੇ, ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ। ਹਾਂਜੀ, ਆਏ ਪ੍ਰਵੇਸ਼ ਹੈ ਲక్ష్ਮੀ ਜੋਈ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖੋ ਇਸ ਸ਼ਹਿਰ ਵਿੱਚ, ਇੱਥੋਂ ਦੇ ਬਾਜ਼ਾਰਾਂ 'ਚ, ਇੱਥੋਂ ਦੇ ਲੋਕਾਂ ਦੇ ਘਰਾਂ ਵਿੱਚ ਖੂਬ ਲక్ష్ਮੀ ਆਇਆ ਕਰਨੀ ਹੈ। ਲక్ష్ਮੀ ਦਾ ਕੀ ਮਤਲਬ ਹੋਇਆ ਜੀ? ਮਾਇਆ। ਹਾਂਜੀ, ਚੌਹ ਦੇਸ਼ ਤੇ ਇਹ ਬਦਹ ਵਿਸਾਲ। ਚਾਰੇ ਪਾਸਿਓਂ ਹੀ ਇਹ ਨਗਰ ਬਹੁਤ ਜ਼ਿਆਦਾ ਵਧਣਾ ਹੈ। ਮੈਂ ਇੱਕ ਗ੍ਰੰਥ ਪੜ੍ਹ ਰਿਹਾ ਸਾਂ ਜੀ, ਉਹਦੇ ਵਿੱਚ ਬਚਨ ਲਿਖਿਆ। ਉਹ ਕਹਿੰਦੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ 20-20 ਕੋਹ ਤੱਕ ਨਗਰ ਵਸਣਾ ਹੈ ਜੀ। 20-20 ਕੋਹ ਲਗਭਗ 40 ਕਿਲੋਮੀਟਰ ਤੋਂ ਵੀ ਵੱਧ ਏਰੀਆ ਬਣ ਜਾਂਦਾ ਜੀ। ਸੰਘਣਾ ਨਗਰ ਵਸਣਾ, ਸੰਘਣਾ ਜੀ। ਹੁਣ ਨਗਰ ਤੇ ਵਸਿਆ ਪਰ ਅਜੇ ਸੰਘਣਾ ਨਹੀਂ ਹੈਗਾ ਜੀ। ਥੋੜਾ ਜਿਹਾ ਬਾਹਰ ਜਾਓ ਜੀ, ਤੁਸੀਂ ਤਰਨਤਾਰਨ ਵੱਲ ਨੂੰ ਜਾਓ, ਖੇਤ ਸ਼ੁਰੂ ਹੋ ਜਾਂਦੇ ਜੀ। ਤੇ ਗੁਰੂ ਸਾਹਿਬ ਵਾਹਿਗੁਰੂ ਉਸ ਗ੍ਰੰਥ 'ਚ ਲਿਖਿਆ ਸੀ, ਇੱਥੇ 20-20 ਕੋਹ ਤੱਕ ਸੰਘਣਾ ਨਗਰ ਵਸਣਾ, ਸੰਘਣਾ ਜੀ। ਤੇ ਸੰਘਣਾ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਦਾ ਹੁੰਦਾ ਜੀ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਇੱਥੇ ਬੜਾ ਵੱਡਾ ਨਗਰ ਬਣੇਗਾ। ਕਹਿਣ ਲੱਗੇ ਹਾਂਜੀ, ਬਸੈ ਲੋਕ ਸਭ ਜਾਤਨ ਜਾਲ। ਫਿਰ ਹਰ ਜਾਤ ਦਾ ਮਨੁੱਖ ਇੱਥੇ ਰਹੇਗਾ, ਹਰ ਵਰਗ ਦਾ ਮਨੁੱਖ ਜਿਹੜਾ ਹੈ ਉਹ ਸਾਡੇ ਇਸ ਨਗਰ ਵਿੱਚ ਰਹੇਗਾ। ਗੱਜ ਕੇ ਆਖੋ ਵਾਹਿਗੁਰੂ। ਹਿੰਦੁਸਤਾਨ ਦੀ ਧਰਤੀ ਤੇ ਇਹੋ ਜਿਹੇ ਵੀ ਨਗਰ ਨੇ ਜਿੱਥੇ ਦੂਜੀ ਜਾਤ ਦਾ ਬੰਦਾ ਨਹੀਂ ਰਹਿ ਸਕਦਾ, ਇੱਕੋ ਜਾਤ ਦਾ ਹੀ ਰਹਿ ਸਕਦਾ ਹੈ ਜੀ। ਮਹਾਰਾਜ ਨੇ ਕਿਹਾ ਸੀ ਇਹ ਗੁਰੂ ਦੀ ਨਗਰੀ ਹੈ, ਗੁਰੂ ਦੀ ਨਗਰੀ 'ਚ ਸਾਰੇ ਹੀ ਰਹਿ ਸਕਦੇ ਹੈ ਜੀ। ਕਿਉਂ? ਜੇ ਗੁਰੂ ਜੀ ਦਾ ਉਪਦੇਸ਼ ਸਾਂਝਾ ਹੈ ਨਾ, ਤੇ ਗੁਰੂ ਦੀ ਨਗਰੀ ਦੀ ਥਾਂ ਵੀ ਸਾਰਿਆਂ ਵਾਸਤੇ ਸਾਂਝੀ ਹੈ ਜੀ। ਹਾਂਜੀ, ਦੇਸ਼ ਵਿਦੇਸ਼ਨ ਬਨਜ ਮਹਾਨਾ। ਫਿਰ ਵਾਹ ਵਾਹ, ਗੱਜ ਕੇ ਆਖੋ ਕਮਾਲ ਦੀਆਂ ਗੱਲਾਂ ਮਹਾਰਾਜ ਬਚਨ ਕਰਨ ਦੇ। ਮਹਾਰਾਜ ਕਹਿਣ ਲੱਗੇ ਇੱਥੋਂ ਦੇਸ਼ਾਂ ਵਿਦੇਸ਼ਾਂ 'ਚ ਵਪਾਰ ਹੋਏਗਾ। ਕਹਿਣ ਲੱਗੇ ਇੱਥੋਂ ਵਪਾਰ ਹੋਇਆ ਕਰੇਗਾ ਜੀ। ਹੋ ਰਿਹਾ ਹੈ ਜੀ, ਬਹੁਤ ਚੀਜ਼ਾਂ ਇੱਥੋਂ ਬਣ ਬਣ ਕੇ ਵਿਦੇਸ਼ਾਂ ਵਿੱਚ ਜਾਂਦੀਆਂ ਨੇ ਜੀ। ਹਾਂਜੀ, ਚੱਲਹਿ ਜਹਾਂ ਕਹਿ ਨਾਰ ਧਨਵਾਨਾ। ਤੇ ਜਿੱਥੋਂ ਕਿੱਥੋਂ ਬੜੇ ਬੜੇ ਅਮੀਰ ਲੋਕ ਇੱਥੇ ਆ ਕੇ ਜਗ੍ਹਾ ਖਰੀਦਿਆ ਕਰਨਗੇ। ਕਹਿਣ ਲੱਗੇ ਇੱਥੋਂ ਦੀ ਜਗ੍ਹਾ ਦਾ ਮੁੱਲ ਹੋਏਗਾ ਜੀ। ਹਾਂਜੀ, ਸੁਨ ਸਤਿਗੁਰ ਕੇ ਬਾਕ ਸੁਹਾਏ। ਜਦੋਂ ਗਰੀਬ ਨਵਾਜ ਜੀ ਦੇ ਐਸੇ ਬਚਨ ਸੁਣੇ ਜੀ ਵੀ ਇੱਥੇ ਨਗਰ ਹੀ ਬੜਾ ਮਹਾਨ ਵਸਣਾ ਹੈ ਜੀ। ਹਾਂਜੀ, ਬਸਨ ਹੇਤ ਕੇਤਿਕ ਸਿੱਖ ਆਏ। ਤੇ ਕਈ ਸਿੱਖ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਇੱਥੇ ਵਸਣ ਵਾਸਤੇ ਆਏ ਜੀ। ਕਈ ਸਿੱਖ ਆ ਗਏ ਜੀ। ਹਾਂਜੀ, ਸਾਧਨ ਚਿਨਾਏ ਬਨਾਏ ਦੁਕਾਨ। ਉਹਨਾਂ ਨੇ ਘਰ ਵੀ ਬਣਾਏ ਤੇ ਕਈ ਫਿਰ ਬਾਣੀਏ ਸਨ, ਦੁਕਾਨਦਾਰ ਸਨ, ਉਹਨਾਂ ਨੇ ਦੁਕਾਨਾਂ ਪਾਈਆਂ ਜੀ ਇੱਥੇ ਆ ਕੇ ਜੀ। ਬੜੀਆਂ ਬੜੀਆਂ ਵਧੀਆ ਦੁਕਾਨਾਂ ਪਾਈਆਂ ਜੀ। ਹਾਂਜੀ, ਕਰਨ ਲਗੇ ਵਿਵਹਾਰ ਸੁਜਾਨ। ਤੇ ਵਪਾਰ ਕਰਨ ਲੱਗ ਪਏ ਜੀ ਇੱਥੇ ਜੀ। ਗੁਰੂ ਬਾਜ਼ਾਰ ਪੁਰਾਣਾ ਬਾਜ਼ਾਰ ਹੈਗਾ ਜੀ। ਗੁਰੂ ਕੇ ਮਹਿਲ ਤੋਂ ਹਰਿਮੰਦਰ ਸਾਹਿਬ ਤੱਕ ਆਉਂਦਾ ਹੈ, ਉਹਨੂੰ ਗੁਰੂ ਬਾਜ਼ਾਰ ਕਹਿੰਦੇ ਆ। ਕਾਰਨ ਗੁਰੂ ਕੇ ਮਹਿਲੋਂ ਇੱਥੋਂ ਤੱਕ ਉਸ ਬਾਜ਼ਾਰ ਵਿੱਚੋਂ ਗੁਰੂ ਅਰਜਨ ਸਾਹਿਬ ਆਪ ਚੱਲ ਕੇ ਆਉਂਦੇ ਹੁੰਦੇ ਸਨ ਜੀ। ਉਸੇ ਬਾਜ਼ਾਰ ਦੀ ਇੱਕ ਘਟਨਾ ਦੱਸਦਾ ਹਾਂ। ਉਸੇ ਬਾਜ਼ਾਰ ਦੇ ਵਿੱਚ ਪ੍ਰਿਥਵੀ ਦਾ ਵੀ ਘਰ ਸੀਗਾ ਜੀ। ਮਹਾਰਾਜ ਜਾ ਰਹੇ, ਬੀਬੀ ਕਰਮੋਂ ਨੇ ਜਾਣ ਬੁੱਝ ਕੇ ਘਰ ਦਾ ਕੂੜਾ ਉਸ ਸਮੇਂ ਸੁੱਟਿਆ ਜਦੋਂ ਗੁਰੂ ਅਰਜਨ ਸਾਹਿਬ ਨੇ ਲੰਘਣਾ ਹੈ ਜੀ। ਜਿਨ੍ਹਾਂ ਦੀ ਭਾਵਨਾ ਨਹੀਂ ਹੈਗੀ, ਗੱਜ ਕੇ ਆਖੋ ਵਾਹਿਗੁਰੂ। ਜਿਨ੍ਹਾਂ ਦੀ ਭਾਵਨਾ ਨਹੀਂ ਹੈਗੀ। ਹਾਂਜੀ, ਸਿੱਖਾਂ ਨੂੰ ਬੜਾ ਗੁੱਸਾ ਚੜਿਆ। ਸਾਡੇ ਸੱਚੇ ਪਾਤਸ਼ਾਹ ਹੁਣ ਅਸੀਂ ਫੁੱਲਾਂ ਦੀ ਵਰਖਾ ਕਰਦੇ ਹਾਂ। ਇਹਨੇ ਕੀ ਕੀਤਾ? ਮਹਾਰਾਜ ਕਹਿੰਦੇ ਸਿੱਖੋ, ਜਿਹਦੇ ਕੋਲ ਕੂੜਾ ਹੋਵੇ ਉਹਨੇ ਕੂੜਾ ਹੀ ਦੇਣਾ। ਕਹਿਣ ਲੱਗੇ ਜਿਹਦੇ ਕੋਲ ਫੁੱਲ ਹੋਣਾ ਫੁੱਲ ਦਿੰਦਾ। ਕਹਿਣ ਲੱਗੇ ਜਿਹਦੇ ਕੋਲ ਹੈ ਹੀ ਕੂੜਾ ਉਹਨੇ ਕੂੜਾ ਹੀ ਦੇਣਾ।
ਸੋ ਗੁਰੂ ਬਾਜ਼ਾਰ ਬਣਿਆ ਹੋਇਆ ਜੀ, ਗੁਰੂ ਬਾਜ਼ਾਰ ਜੀ ਸਭ ਤੋਂ ਪੁਰਾਣਾ ਬਾਜ਼ਾਰ ਅੰਮ੍ਰਿਤਸਰ ਦਾ ਜੀ। ਹੌਲੀ ਹੌਲੀ ਬੜੇ ਬਾਜ਼ਾਰ ਬਣੇ ਜੀ ਇੱਥੇ। ਹਾਂਜੀ, ਕਰਨ ਲੱਗੇ ਵਿਵਹਾਰ ਸੁਜਾਨ। ਬੜੇ ਬੜੇ ਸਿਆਣੇ ਮਨੁੱਖ ਆ ਕੇ ਵਪਾਰ ਕਰਨ ਲੱਗ ਪਏ ਜੀ ਇੱਥੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਲਾਭਪੁਰ ਆਦਿਕ ਜੇ ਤਿਸ ਬਾਸੇ। ਹਾਂਜੀ। ਗੁਰਪੁਰ ਕੋ ਖਲ ਕਰ ਉਪਹਾਸੇ। ਹੁਣ ਉਹ ਜਿਹੜੇ ਲਾਹੌਰ ਦੇ ਬੰਦੇ ਸਨ ਨਾ ਜੀ, ਲਾਹੌਰ ਦੇ ਹੋਰ ਵੱਡੇ ਵੱਡੇ ਨਗਰ ਸਨ ਉਸ ਸਮੇਂ ਦੇ, ਜਿਹੜੇ ਗੁਰੂ ਘਰ ਨਾਲ ਸ਼ਰਧਾ ਨਹੀਂ ਸੀ ਰੱਖਦੇ, ਉਹ ਈਰਖਾ ਚ ਆ ਕੇ ਗੱਲਾਂ ਕਰਨ ਲੱਗੇ। ਕਹਿੰਦੇ ਰਾਮਦਾਸਪੁਰ ਵਸਾਇਆ ਇਹਨਾਂ ਨੇ, ਉਹ ਤੇ ਇਲਾਕਾ ਹੀ ਨੀਵਾਂ ਹੈਗਾ, ਆਪਣਾ ਇਲਾਕਾ ਨੀਵਾਂ ਹੈ ਨਾ ਜੀ। ਕਹਿਣ ਲੱਗੇ ਉੱਥੇ ਕਿਵੇਂ ਨਗਰ ਵਸੇਗਾ। ਹਾਂਜੀ, ਮੂਰਖ ਗੁਰ ਪ੍ਰਤਾਪ ਨਹਿ ਜਾਣ। ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹ ਮੂਰਖ ਬੰਦੇ ਸਨ, ਉਹ ਸਤਿਗੁਰੂ ਜੀ ਦਾ ਪ੍ਰਤਾਪ ਜਾਣਦੇ ਨਹੀਂ ਸਨ ਜੀ। ਥਾਂ ਉੱਚੀ ਹੋਵੇ ਨੀਵੀਂ ਹੋਵੇ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿਤਾ ਉਹ ਵਾਸੀ ਜਾਣੀ ਹੈ ਜੀ। ਹਾਂਜੀ, ਮਿਲਹਿ ਪਰਸ ਪਰ ਏਵ ਬਖਾਨਹਿ। ਉਹ ਨਾ ਜੀ ਮਿਲ ਕੇ ਮੂਰਖ ਲੋਕ, ਈਰਖਾਲੂ ਲੋਕ ਮਿਲ ਕੇ ਇੰਜ ਗੱਲਾਂ ਕਰਦੇ ਆ। ਹਾਂਜੀ, ਨਗਰ ਬਸਹਿ ਕੈਸੇ ਤਿਸ ਥਾਨ। ਕਿਵੇਂ ਕਹਿੰਦੇ ਆ, ਕਹਿੰਦੇ ਆ ਉੱਥੇ ਨਗਰ ਕਿਵੇਂ ਵਸੇਗਾ, ਉੱਥੇ ਸ਼ਹਿਰ ਕਿਵੇਂ ਬਣ ਜਾਏਗਾ। ਹਾਂਜੀ, ਚੌਹਦਿਸ਼ ਕੋ ਜਲ ਆਏ ਮਹਾਨ। ਕਿਉਂ ਮੀਂਹ ਪਵੇ ਉੱਥੇ ਤੇ ਗੋਡਿਆਂ ਗੋਡਿਆਂ ਤੱਕ ਪਾਣੀ ਭਰ ਜਾਂਦਾ ਹੈ, ਚਾਰੇ ਪਾਸਿਓਂ ਪਾਣੀ ਆ ਜਾਂਦਾ। ਇਹ ਤੇ ਗੱਲ ਸੱਚੀ ਹੈ ਜੀ। ਹੁਣ ਵੀ ਵੇਖ ਲਓ, ਮੀਂਹ ਪਵੇ ਸਹੀ 2-3 ਦਿਨ ਅੰਮ੍ਰਿਤਸਰ ਸਭ ਗਲੀਆਂ 'ਚ ਪਾਣੀ ਭਰ ਜਾਂਦਾ ਜੀ। ਪਰ ਇਸ ਗੱਲ ਨਾਲ ਗੁਰੂ ਸਾਹਿਬ ਦੇ ਬਚਨ ਦਾ ਥੋੜੀ ਕੋਈ ਤਾਲੁਕਾਤ ਹੈਗਾ ਜੀ। ਹਾਂਜੀ, ਸਿਰਹਿ ਚੁਮਾਸੇ ਮਹਿ ਬਹੁ ਪਾਣੀ। ਕਹਿਣ ਲੱਗੇ ਜਦੋਂ ਲੱਗੇ ਚਮਾਸੇ ਮੀਂਹ ਪੈਣੇ ਆ, ਉੱਥੇ ਪਾਣੀ ਖਲੋ ਜਾ ਕਰਨਾ। ਹਾਂਜੀ, ਕਿਮ ਘਰ ਰਹਿ ਹੋਹਿ ਗੇ ਹਾਨੀ। ਤੇ ਲੋਕਾਂ ਦੇ ਘਰਾਂ 'ਚ ਪਾਣੀ ਵੜ ਜਾਇਆ ਕਰਨਾ, ਤੇ ਕਿਵੇਂ ਗੁਜ਼ਾਰਾ ਹੋਏਗਾ। ਅੱਜ ਕੇ ਆਖੋ ਵਾਹਿਗੁਰੂ। ਚਲੋ ਹੈ ਉਹ ਮੂਰਖ ਬੰਦੇ ਨੇ, ਪਰ ਇਹ ਲੋਕਾਂ ਦੇ ਘਰਾਂ 'ਚ ਪਾਣੀ ਹੁਣ ਵੀ ਨੀਵੇਂ ਇਲਾਕਿਆਂ 'ਚ ਆ ਜਾਂਦਾ ਜੀ ਇੱਥੇ ਜੀ। ਹਾਂਜੀ, ਜੋ ਜੋ ਬਸਹਿ ਜਾਹੇ ਪਿਖ ਹਾਲਾ। ਕਹਿਣ ਲੱਗੇ ਜਿਹੜਾ ਜਿਹੜਾ ਵਸੇਗਾ ਅੰਮ੍ਰਿਤਸਰ 'ਚ, ਉਹਨੇ ਉਹ ਵੇਖਣਾ ਉੱਥੋਂ ਦਾ ਮਾਹੌਲ। ਹਾਂਜੀ, ਉਜਰ ਜਾਹੇਗੇ ਥੋਰੇ ਕਾਲਾ। ਤੇ ਜਿਹੜੇ ਜਾ ਰਹੇ ਨੇ ਨਾ ਖੁਸ਼ੀ ਨਾਲ ਅੰਮ੍ਰਿਤਸਰ 'ਚ ਵਸਣ, ਥੋੜੇ ਚਿਰ ਨੂੰ ਉੱਜੜ ਜਾਣਾ ਉਹਨਾਂ ਨੇ। ਮੂਰਖ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜੀ। ਹਾਂਜੀ, ਇਮ ਸੁਨ ਸੁਨ ਸਿੱਖ ਦੁਖ ਪਾਵਾ। ਗੱਜ ਕੇ ਆਖੋ ਵਾਹਿਗੁਰੂ। ਇਮ ਸੁਨ ਸੁਨ ਸਿੱਖਨ ਦੁਖ ਪਾਵਾ। ਉਹ ਸਿੱਖ ਤੇ ਬੜੇ ਚਾਅ ਨਾਲ ਅੰਮ੍ਰਿਤਸਰ 'ਚ ਆ ਰਹੇ ਆ ਵਸਣ ਵਾਸਤੇ। ਲਾਹੌਰੀਏ ਜਾਂ ਹੋਰ ਲੋਕ ਜਦੋਂ ਈਰਖਾ ਭਰੀਆਂ ਗੱਲਾਂ ਕਰਦੇ ਆ ਨਾ, ਸਿੱਖਾਂ ਨੂੰ ਬੜਾ ਦੁੱਖ ਹੁੰਦਾ ਹੈ ਜੀ, ਪਿਆਰ ਵਾਲਿਆਂ ਨੂੰ ਦੁੱਖ ਹੁੰਦਾ ਹੈ ਜੀ। ਹਾਂਜੀ, ਨਿਸ਼ਟਾ ਮੂਡਨ ਕਹੇ ਡੁਲਾਵਾ। ਨਿਸ਼ਟਾ ਮੂਡਨ ਕਹੇ ਡੁਲਾਵਾ। ਉਹ ਕਹਿੰਦੇ ਮੂਰਖ ਮਹਾਰਾਜ ਦੇ ਬਚਨ ਤੇ ਨਿਸ਼ਟਾ ਨਹੀਂ ਰੱਖਦੇ, ਡੋਲੇ ਹੋਏ ਨੇ। ਚੇਤਾ ਰੱਖਿਓ, ਗੁਰੂ ਦੇ ਬਚਨ ਤੇ, ਮਹਾਂਪੁਰਖਾਂ ਦੇ ਬਚਨ ਤੇ ਭਰੋਸਾ ਸਾਰੇ ਨਹੀਂ ਰੱਖ ਸਕਦੇ ਜੀ। ਇਹਦੇ 'ਚ ਕੋਈ ਸ਼ੱਕ ਨਹੀਂ, ਉਦੋਂ ਇਲਾਕਾ ਬੜਾ ਨੀਵਾਂ ਸੀਗਾ ਜੀ। ਇਹ ਜੀ ਇੱਥੇ ਪਾਣੀ ਭਰਦਾ ਸੀਗਾ ਜੀ। ਜਿੱਥੇ ਬੰਦਿਆਂ ਰਹਿਣਾ ਹੋਵੇ ਨਾ ਜੀ, ਉਹ ਪਹਿਲਾਂ ਆਪਣਾ ਸੁੱਖ ਵੇਖਦੇ ਆ ਜੀ। ਹੁਣ ਉੱਥੇ ਲੋਕ ਗੱਲਾਂ ਕਰਦੇ ਫਿਰਦੇ ਲਾਹੌਰ ਦੇ, ਉਹ ਕਹਿੰਦੇ ਅੰਮ੍ਰਿਤਸਰ ਰਹਿਣ ਤੇ ਤੁਰ ਪਏ ਨੇ, ਜਦੋਂ ਘਰ ਡਿੱਗੇ ਉਦੋਂ ਪਤਾ ਲੱਗਣਾ ਹੈ। ਹਾਂਜੀ, ਸ਼੍ਰੀ ਅਰਜਨ ਕੇ ਢਿਗ ਜਬ ਆਏ। ਹਾਂਜੀ। ਹਾਥ ਜੋਰ ਮਿਲ ਸਭਨ ਸੁਨਾਏ। ਸਿੱਖਾਂ ਨੂੰ ਸੁਣ ਕੇ ਬੜਾ ਦੁੱਖ ਹੋਇਆ ਜੀ। ਉਹ ਇਕੱਠੇ ਹੋ ਕੇ ਨਾ ਜੀ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਜੀ। ਗੱਜ ਕੇ ਆਖੋ ਵਾਹਿਗੁਰੂ। ਕਾਰਨ ਪਤਾ ਕੀ ਹੈ ਜੀ? ਬਹੁਤੀ ਵਾਰ ਜਦੋਂ ਕਿਸੇ ਨਿੰਦਕ ਪੁਰਸ਼ ਦੀ ਬੰਦਾ ਗੱਲ ਸੁਣਦਾ, ਹਿਰਦੇ 'ਚ ਪਕਿਆਈ ਨਾ ਹੋਵੇ, ਉਹਦਾ ਹਿਰਦਾ ਡੋਲ ਜਾਂਦਾ ਜੀ। ਹਿਰਦਾ ਡੋਲ ਜਾਂਦਾ ਜੀ। ਤੁਸੀਂ ਵੇਖ ਲਿਓ, ਕਿਉਂ ਇੰਜ ਲੱਗਦਾ ਜਿਵੇਂ ਨਿੰਦਕਾਂ ਦੀਆਂ ਗੱਲਾਂ 'ਚ ਤੱਤ ਬੜੇ ਬੜੇ ਨੇ ਜੀ, ਸੁਣਨ ਵਾਲੇ ਡੋਲ ਜਾਂਦੇ ਜੀ। ਇਹ ਤੇ ਕੋਈ ਬਹੁਤ ਤਗੜੀ ਸ਼ਰਧਾ ਵਾਲਾ ਹੋਵੇ ਨਾ, ਬਹੁਤ ਵੱਡੀ ਭਾਵਨਾ ਰੱਖਦਾ ਹੋਵੇ, ਉਹ ਨਹੀਂ ਡੋਲਦਾ ਜੀ। ਸਿੱਖ ਡੋਲ ਗਏ ਜੀ। ਉਹ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਕਹਿਣ ਲੱਗੇ, ਹਾਂਜੀ,
ਸੁਨੀਐ ਹੈ ਗੁਰੂ ਗਰੀਬ ਨਿਵਾਜੂ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ, ਆਪ ਕਰਤ ਬੜ ਨਗਰ ਸਮਾਜੂ। ਮਹਾਰਾਜ ਤੁਸੀਂ ਬਹੁਤ ਵੱਡਾ ਨਗਰ ਵਸਾ ਰਹੇ ਹੋ, ਅੰਮ੍ਰਿਤਸਰ ਰਾਮਦਾਸਪੁਰ। ਹਾਂਜੀ, ਸ਼੍ਰੀ ਮੁਖਵਾਕ ਮਹਾ ਇਹ ਬਾਸੇ। ਆਪ ਜੀ ਦਾ ਵੀ ਬਚਨ ਹੈ ਤੇ ਵੱਡੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਵੀ ਬਚਨ ਹੈ, ਇਹ ਨਗਰ ਬਹੁਤ ਜ਼ਿਆਦਾ ਵਸੇਗਾ। ਹਾਂਜੀ, ਦਸ਼ਮੀ ਥਿਰ ਹੈ ਅਨੂਪ ਪ੍ਰਕਾਸ਼ੈ। ਫਿਰ ਇੱਥੇ ਮਾਇਆ ਬੜੀ ਆਏਗੀ ਮਹਾਰਾਜ। ਹਾਂਜੀ ਅਪਰ ਪੁਰਨ ਕੇ ਨਰ ਬਿਵਹਾਰੈ। ਹਾਂਜੀ, ਸਹਿਤ ਹਾਸ ਇਵ ਕਰਤ ਉਚਾਰੀ। ਪਰ ਮਹਾਰਾਜ ਕੀ ਕਰੀਏ, ਜਿਹੜੇ ਬਾਕੀ ਨਗਰ ਹੈ ਨਾ ਉਥੋਂ ਦੇ ਲੋਕ ਮਜ਼ਾਕ ਉਡਾਉਂਦੇ ਸਾਡਾ। ਸੱਚੇ ਪਾਤਸ਼ਾਹ ਮਜ਼ਾਕ ਉਡਾਉਂਦੇ ਸਾਡਾ। ਮਹਾਰਾਜ ਕਹਿੰਦੇ ਕੀ ਕਹਿੰਦੇ ਨੇ ਤੁਹਾਨੂੰ? ਹਾਂਜੀ, ਚੌਹਦਿਸ਼ ਕੋ ਜਲ ਜਹ ਥਿਰ ਹੋਏ। ਹਾਂਜੀ। ਕੈਸ ਤਹਾਂ ਬਿਸ ਹੋ ਗਏ ਹੋਏ। ਮਹਾਰਾਜ ਉਹ ਪਤਾ ਕੀ ਕਹਿੰਦੇ ਐ? ਉਹ ਕਹਿੰਦੇ ਅੰਮ੍ਰਿਤਸਰ ਵਿੱਚ ਚਾਰੇ ਪਾਸਿਓਂ ਪਾਣੀ ਭਰ ਜਾਂਦਾ ਹੈ, ਉੱਥੇ ਨਗਰ ਕਿਵੇਂ ਵਸੇਗਾ, ਕਿਵੇਂ ਸ਼ਹਿਰ ਬਣੇਗਾ? ਹਾਂਜੀ, ਸਦਨ ਗਿਰੈ ਤਬ ਊਜਰ ਜੈ ਹੈ। ਮਹਾਰਾਜ ਉਹ ਤੇ ਸਾਨੂੰ ਇੱਥੋਂ ਤੱਕ ਕਹਿੰਦੇ ਆ, ਤੁਰ ਤੇ ਪਏ ਹੋ ਅੰਮ੍ਰਿਤਸਰ, ਜਦੋਂ ਮੀਂਹ ਪਿਆ ਤੁਹਾਡੇ ਘਰ ਡਿੱਗ ਜਾਣੇ ਨੇ, ਤੁਹਾਡੇ ਘਰ ਡਿੱਗ ਜਾਣੇ। ਹਾਂਜੀ, ਬਸਨਹਾਰ ਇਤ ਉਤ ਦੁਖ ਪੈ ਹੈ। ਤੇ ਮਹਾਰਾਜ ਉਹ ਤੇ ਕਹਿੰਦੇ ਜਿਹੜਾ ਅੰਮ੍ਰਿਤਸਰ ਚ ਵਸੇਗਾ ਦੁੱਖ ਬੜਾ ਮਿਲਣਾ ਉਹਨੂੰ। ਵੇਖੋ ਨਾ ਜੀ, ਸਭ ਤੋਂ ਜ਼ਰੂਰੀ ਤੇ ਮਕਾਨ ਹੁੰਦਾ ਜੀ ਬੰਦੇ ਦਾ ਜੀ, ਉਹ ਹੀ ਡਿੱਗ ਗਿਆ ਤੇ ਕਿਵੇਂ ਗੱਲ ਬਣੇਗੀ? ਈਰ ਖਾਲੂ ਜਦੋਂ ਗੱਲਾਂ ਕਰਦੇ ਆ, ਸ਼ਰਧਾ ਵਾਲੇ ਵੀ ਡੋਲ ਜਾਂਦੇ ਆ। ਹਾਂਜੀ, ਸਿੱਖ ਸੁਣ ਸਿੱਖਿਆਨ ਤੇ ਸਤਿਗੁਰ ਕਹਿਓ। ਤੇ ਮਹਾਰਾਜ ਗਰੀਬ ਨਵਾਜ ਜੀ ਨੇ ਵੇਖਿਆ ਵੀ ਇਹ ਡੋਲ ਗਏ ਨੇ। ਸੱਚੇ ਪਾਤਸ਼ਾਹ ਉਹਨਾਂ ਨੂੰ ਕਹਿਣ ਲੱਗੇ, ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ, ਜਿਮ ਦੋਹ ਦਿਸ਼ ਜਲ ਆਵਤ ਲਹਿਓ। ਮਹਾਰਾਜ ਕਹਿਣ ਲੱਗੇ, ਅੱਛਾ ਫਿਰ ਪੰਕਤੀ ਪੜਿਓ। ਜਿਮ ਚੌਹ ਦਿਸ਼ ਜਲ ਆਵਤ ਲਹਿਓ। ਮਹਾਰਾਜ ਕਹਿਣ ਲੱਗੇ, ਈਰ ਖਾਲੂ ਨੇ ਕਹਿੰਦੇ ਆ ਤੇ ਕਹੀ ਜਾਣ, ਇਹਦੇ 'ਚ ਸ਼ੱਕ ਕੋਈ ਨਹੀਂ ਹੈ, ਇਹ ਨੀਵੀਂ ਥਾਂ ਹੈ, ਚਾਰੇ ਪਾਸਿਓਂ ਪਾਣੀ ਆ ਕੇ ਇੱਥੇ ਖਲੋ ਜਾਂਦਾ ਹੈ। ਪਰ ਜਿਵੇਂ ਚਾਰੇ ਪਾਸਿਓਂ ਪਾਣੀ ਆ ਕੇ ਖਲੋਂਦਾ ਹੈ ਨਾ ਇੱਥੇ, ਹਾਂਜੀ, ਤਿਮ ਚੌਹ ਦਿਸ਼ ਕੇ ਨਰ ਉਮਡਾਵੈ। ਮਹਾਰਾਜ ਕਹਿੰਦੇ ਸਮਾਂ ਆਉਣਾ ਐਵੇਂ ਚਾਰੇ ਪਾਸੋਂ ਸੰਸਾਰ ਦੇ ਲੋਕਾਂ ਨੇ ਭੱਜ ਭੱਜ ਕੇ ਆਇਆ ਕਰਨਾ ਇੱਥੇ। ਆਉਂਦੇ ਕਿ ਨਹੀਂ ਭੱਜ ਭੱਜ ਕੇ ਜੀ? ਸੰਸਾਰ 'ਚ ਐਸਾ ਕੋਈ ਦੇਸ਼ ਨਹੀਂ ਹੋਏਗਾ ਜਿੱਥੋਂ ਦਾ ਕੋਈ ਵੀ ਬੰਦਾ, ਭਾਵ ਹਰ ਇੱਕ ਦੇਸ਼ 'ਚ ਭਾਵੇਂ ਇੱਕ ਹੀ ਬੰਦਾ ਹੋਵੇ, ਉਹ ਅੰਮ੍ਰਿਤਸਰ ਆਇਆ ਜ਼ਰੂਰ ਹੋਏਗਾ ਜੀ। ਹਾਂਜੀ, ਤੇ ਉਂਝ ਤੇ ਮਹਾਰਾਜ ਦੇ ਪੁਰਬ ਤੇ ਜਹਾਜ਼ਾਂ ਦੇ ਜਹਾਜ਼ ਹੀ ਭਰ ਭਰ ਆਉਂਦੇ ਆ ਜੀ। ਮਹਾਰਾਜ ਕਹਿੰਦੇ ਚਾਰੇ ਪਾਸਿਓਂ ਇੰਝ ਹੀ ਲੋਕਾਂ ਨੇ ਆਇਆ ਕਰਨਾ ਇੱਥੇ, ਤੁਸੀਂ ਘਬਰਾਓ ਨਾ। ਬੰਦਾ ਡੋਲ ਜਾਂਦਾ ਜੀ, ਕਮਾਈ ਵਾਲਿਆਂ ਕੋ ਜਾਵੇ ਉਹ ਮਨ ਫੇਰ ਚੜ੍ਹਦੀ ਕਲਾ 'ਚ ਕਰ ਦਿੰਦੇ ਆ ਜੀ। ਹਾਂਜੀ, ਬਸ ਬੇਹੇਤ ਨਗਰ ਇਸ ਆਵੈ। ਮਹਾਰਾਜ ਕਹਿਣ ਲੱਗੇ, ਸੁਣੋ ਇੱਥੇ ਲੋਕ ਬਾਹਰੋਂ ਆ ਕੇ ਘਰ ਖਰੀਦਿਆ ਕਰਨਗੇ। ਕਹਿਣ ਲੱਗੇ ਤੇ ਗੱਲਾਂ ਸੱਚੀਆਂ ਜੀ, ਮੇਰੇ ਕੋਲ ਬਾਹਰਲੇ ਵੀ ਆਉਂਦੇ ਰਹਿੰਦੇ ਆ, ਦੱਸਦੇ ਜੀ। ਇੱਕ ਸਿੰਘ ਜਰਮਨ ਤੋਂ ਆਇਆ, ਉਹਨੇ 3 ਪਲਾਟ ਲਏ ਜੀ ਇੱਥੇ ਜੀ ਅੰਮ੍ਰਿਤਸਰ ਸ਼ਹਿਰ 'ਚ। ਹਾਂਜੀ, ਉਹ ਕਹਿੰਦਾ ਮਹਾਰਾਜ ਦੀ ਨਗਰੀ ਹੈ, ਸੱਚੇ ਪਾਤਸ਼ਾਹ ਜੀ ਦੀ ਜੀ। ਮਹਾਰਾਜ ਕਹਿਣ ਲੱਗੇ ਇੱਥੇ ਤੇ ਲੋਕਾਂ ਬਾਹਰੋਂ ਆ ਕੇ ਮਕਾਨ ਬਣਾਉਣੇ, ਥਾਂ ਨਹੀਂ ਮਿਲਣੀ। ਕਹਿਣ ਲੱਗੇ ਹਾਂਜੀ, ਬੜੇ ਜਤਨ ਤੇ ਸਦਨ ਸਥਾਨ। ਬੜੇ ਯਤਨ ਤੇ ਸਦਨ ਸਥਾਨ, ਬੜੇ ਯਤਨ ਕਰ ਕਰਕੇ ਰਹਿਣ ਲਈ ਘਰ ਮਿਲਿਆ ਕਰਨਗੇ। ਹਾਂਜੀ, ਲੇਕਰ ਬਸ ਹੈ ਗਨ ਧਨਵਾਨ। ਧਨਵਾਨ ਪੁਰਸ਼ ਜਿਹੜੇ ਆ ਨਾ ਮਾਇਆ ਵਾਲੇ, ਉਹ ਕਹਿਣ ਲੱਗੇ ਇੱਥੇ ਆ ਕੇ ਪਹਿਲਾਂ ਹੀ ਥਾਵਾਂ ਲੈ ਲੈਣਗੇ। ਕਹਿਣ ਲੱਗੇ ਲਈਆਂ ਪਈਆਂ ਜੀ ਥਾਵਾਂ ਉਹਨਾਂ ਨੇ ਜੀ। ਖਾਸ ਕਰਕੇ ਦਰਬਾਰ ਸਾਹਿਬ ਦੇ ਲਾਗੇ ਲਾਗੇ ਜਗ੍ਹਾ ਲੈਣੀ ਹੋਵੇ ਨਾ ਜੀ, ਸਾਰੇ ਜ਼ਿੰਦਗੀ ਦੀ ਪੂੰਜੀ ਲੱਗ ਜਾਂਦੀ ਬੰਦੇ ਦੀ ਜੀ। ਬਹੁਤ ਮਹਿੰਗੀ ਜ਼ਮੀਨ ਹੈ। ਹਾਂਜੀ, ਵਰਿੰਦ ਨਰਨ ਕੋ ਰਿਜ਼ਕ ਮਹਾਨਾ। ਫਿਰ ਮਹਾਰਾਜ ਕਹਿਣ ਲੱਗੇ ਪ੍ਰਸ਼ਾਦੇ ਦੀ ਤੇ ਗੱਲ ਹੀ ਨਾ ਕਰੋ। ਕਹਿਣ ਲੱਗੇ ਗੱਜ ਕੇ ਆਖੋ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਕੁਝ ਵੀ ਨਾ ਕਰੇ ਬੰਦਾ। ਕਹਿਣ ਲੱਗੇ ਕੁਝ ਵੀ ਨਾ ਕਰੇ,
ਪਰ ਉਹ ਇੱਥੇ ਇਸ ਨਗਰੀ 'ਚ ਭੁੱਖਾ ਨਹੀਂ ਰਹਿ ਸਕਦਾ। ਕਹਿਣ ਲੱਗੇ ਕੁਝ ਵੀ ਨਾ ਕਰੇ, ਭਾਵੇਂ ਕੋਈ ਕੰਮ ਵੀ ਨਾ ਕਰੇ। ਬਰਿੰਦ ਨਰਨ ਕੋ ਰਿਜਕ ਮਹਾਨਾ। ਬਰਿੰਦ ਦਾ ਅਰਥ ਹੁੰਦਾ ਹਜ਼ਾਰਾਂ ਹੀ, ਹਜ਼ਾਰਾਂ ਬੰਦਿਆਂ ਨੂੰ ਰਿਜਕ ਇੱਥੋਂ ਮਿਲਿਆ ਕਰੇਗਾ। ਕਹਿਣ ਲੱਗੇ ਹਾਂਜੀ। ਆਨ ਧਰਹਿਗੇ ਹਮ ਇਸ ਥਾਨਾ। ਮਹਾਰਾਜ ਕਹਿਣ ਲੱਗੇ ਆਨ ਧਰਹਿਗੇ ਹਮ ਇਸ ਥਾਨਾ। ਇੱਥੇ ਆਉਣਗੇ, ਲਿਆ ਲਿਆ ਕੇ ਭੋਜਨ ਚੜਾਇਆ ਕਰਨਗੇ। ਕਹਿਣ ਲੱਗੇ ਹਾਂਜੀ। ਖੈਬੇ ਹੇਤ ਆਏ ਸਭ ਕੋਈ। ਛਕਣ ਵਾਲਿਆਂ ਦੀ ਵੀ ਕਮੀ ਨਹੀਂ ਹੋਏਗੀ, ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਛਕਾਉਣ ਵਾਲਿਆਂ ਦੀ ਵੀ ਕਮੀ ਨਹੀਂ ਹੋਏਗੀ। ਦੋਵਾਂ ਦੀ ਕਮੀ ਨਹੀਂ ਹੋਏਗੀ। ਹਾਂਜੀ। ਹੁਣ ਇਹ ਕਿਸੇ ਆਮ ਪੁਰਸ਼ ਦੇ ਬਚਨ ਨੇ ਜੀ? ਕਿਹਦੇ ਨੇ? ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀ। ਕੱਲ ਆਪਾਂ ਪੰਕਤੀ ਪੜ੍ਹੀ ਸੀ ਨਾ, ਗੁਰੂ ਅਰਜਨ ਸਾਹਿਬ ਖੁਦ ਰੱਬ ਨੇ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਸਤਿਗੁਰ ਦੇਓ ਪ੍ਰਤੱਖ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਬਚਨ ਗੁਰੂ ਅਰਜਨ ਸਾਹਿਬ ਕਰ ਰਹੇ ਨੇ। ਮਹਾਰਾਜ ਕਹਿਣ ਲੱਗੇ ਲੰਗਰ ਦੀ ਤੇ ਕਮੀ ਨਹੀਂ ਹੋਣੀ ਇੱਥੇ। ਕਹਿਣ ਲੱਗੇ ਹਾਂਜੀ। ਆਨ ਥਾਨ ਤੇ ਪਾਏ ਨਾ ਜੋਈ। ਜਿਹਨੂੰ ਹੋਰ ਕਿਤੋਂ ਵੀ ਨੇ ਨਾ ਪ੍ਰਸ਼ਾਦਾ ਮਿਲਦਾ। ਹਾਂਜੀ। ਗੁਰਪੁਰ ਦਿਨ ਪ੍ਰਤ ਬਦਹ ਵਿਸਾਲਾ। ਮਹਾਰਾਜ ਕਹਿਣ ਲੱਗੇ ਗੁਰੂ ਦੀ ਪੁਰੀ ਚੋਂ ਜ਼ਰੂਰ ਮਿਲੇਗਾ। ਕਹਿਣ ਲੱਗੇ ਹਾਂਜੀ। ਅੰਮ੍ਰਿਤਸਰ ਚਲੇ ਜਾਓ, ਆ ਜਾਓ, ਕਿੰਨੇ ਗੁਰੂ ਘਰ ਨੇ ਜੀ, ਲੰਗਰ ਦੀ ਕਮੀ ਨਹੀਂ ਹੈਗੀ ਜੀ ਕੋਈ ਜੀ। ਅੰਮ੍ਰਿਤਸਰ 'ਚ ਤਾਂ ਨਹੀਂ ਹੈਗੀ ਜੀ। ਹਾਂਜੀ। ਬਿਲਕੁਲ ਲੰਗਰ ਦੀ ਕਮੀ ਨਹੀਂ ਹੈਗੀ ਜੀ। ਮਹਾਰਾਜ ਦੀ ਮਿਹਰ ਹੀ ਇਤਨੀ ਹੈ ਜੀ, ਕਿਰਪਾ ਹੀ ਇੰਨੀ ਹੈ ਜੀ। ਮਹਾਰਾਜ ਕਹਿਣ ਲੱਗੇ ਗੁਰੂ ਦੀ ਪੁਰੀ ਹੈ, ਗੁਰੂ ਰਾਮਦਾਸ ਜੀ ਦੀ। ਇਹ ਦਿਨੋਂ ਦਿਨ ਵਧਣੀ ਹੈ, ਇਹ ਘਟਣੀ ਨਹੀਂ ਹੈ। ਕਹਿਣ ਲੱਗੇ ਕਿਸੇ ਦੇ ਆਖਿਆਂ ਦਾ ਅਸਰ ਨਾ ਕਰਿਆ ਕਰੋ। ਹਾਂਜੀ। ਕਰਹਿ ਵਾਸ ਨਰ ਸਦਾ ਸੁਖਾਲਾ। ਇੱਥੇ ਵਾਸ ਕਰਨ ਵਾਲੇ ਸੁਖੀ ਰਹਿਣਗੇ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਤੇ ਇਹ ਜਦੋਂ ਕਥਾ ਸੁਣੀਏ, ਪੜ੍ਹੀਏ, ਤੇ ਫਿਰ ਮਾਣ ਜਾ ਵੀ ਆਉਂਦਾ ਜੀ। ਥੋੜਾ ਆਉਣਾ ਵੀ ਚਾਹੀਦਾ ਜੀ। ਭਾਗਾਂ ਵਾਲੇ ਆ, ਅੰਮ੍ਰਿਤਸਰ ਦੇ ਵਾਸੀ ਹੈਗੇ ਆ ਜੀ। ਹਾਂਜੀ। ਜੀਵਤ ਮਰਹਿ ਹਿਰਦੇ ਗੋਬਿੰਦ, ਹਰਮੰਦਰ ਮਹਿ ਹੋਏ ਕਰ ਬ੍ਰਿੰਦ। ਜੀਵਤ ਸਿਮਰਹਿ ਹਿਰਦੇ ਗੋਬਿੰਦ। ਮਹਾਰਾਜ ਕਹਿਣ ਲੱਗੇ ਜੀਂਦਿਆਂ ਜੀ ਰੱਬ ਦਾ ਜਿਹੜੇ ਨਾਮ ਜਪਣਗੇ, ਕਿਹੜੇ ਸੁਖੀ ਰਹਿਣਗੇ। ਇਹ ਵੀ ਸੁਣੋ। ਜੀਂਦਿਆਂ ਜੀ ਨਾਮ ਜਪਣਗੇ ਤੇ ਹਰਮੰਦਰ ਆ ਕੇ ਨਮਸਕਾਰ ਕਰਿਆ ਕਰਨਗੇ। ਹਾਂਜੀ। ਕਰਹਿ ਜੀਵ ਕਾ ਬਸ ਗੁਰਪੁਰ ਮੈਂ। ਬਾਕੀ ਇੱਥੇ ਰਹਿ ਕੇ ਕੰਮ ਕਰਨ, ਜਿਹੜਾ ਮਰਜ਼ੀ ਕਰਨ ਕੰਮ। ਕਹਿਣ ਲੱਗੇ ਹਾਂਜੀ। ਸਤਿਗੁਰ ਸ਼ਬਦ ਧਾਰ ਕਰ ਔਰ ਮੈਂ। ਪਰ ਕੰਮ ਕਰਦਿਆਂ ਗੁਰੂ ਦਾ ਸ਼ਬਦ ਵੀ ਹਿਰਦੇ 'ਚ ਧਾਰਨ ਕਰਨ। ਕਹਿਣ ਲੱਗੇ ਹਾਂਜੀ। ਅੰਤ ਸਮੇਂ ਗਤ ਪਾਏ ਸੁਖਾਰੇ। ਐਸੇ ਸਿੱਖ ਜਦੋਂ ਸਰੀਰ ਤਿਆਗਣਗੇ, ਸੌਖੇ ਹੀ ਸਰੀਰ ਤਿਆਗਣਗੇ। ਅੰਮ੍ਰਿਤਸਰ 'ਚ ਰਹਿਣ ਵਾਲਾ ਹੋਵੇ ਜੀ, ਧਿਆਨ ਨਾਲ ਸੁਣਿਓ ਸਾਰੀ ਗੱਲ। ਇੱਕ ਵਾਰੀ ਪਿਆਰ ਨਾਲ ਕਹੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਅੰਮ੍ਰਿਤਸਰ 'ਚ ਰਹਿਣ ਵਾਲਾ ਹੋਵੇ ਜੀ, ਹਰਿਮੰਦਰ ਸਾਹਿਬ ਦੀ ਹਾਜ਼ਰੀ ਭਰਦਾ ਹੋਵੇ, ਨਾਮ ਜਪਦਾ ਹੋਵੇ, ਆਪਣਾ ਕੰਮ ਕਰੇ, ਮਹਾਰਾਜ ਕਹਿੰਦੇ ਦੁੱਖ ਨਹੀਂ ਆਏਗਾ ਉਹਨੂੰ। ਕਹਿਣ ਲੱਗੇ ਤੇ ਮਰਨ ਸਮੇਂ ਸਾਡੇ ਕੋਲ ਹੀ ਆਏਗਾ। ਕਹਿਣ ਲੱਗੇ ਹਾਂਜੀ। ਦੋਏ ਲੋਕਨ ਕੇ ਕਾਰਜ ਸਾਰੇ। ਇੱਥੇ ਰਹਿਣ ਵਾਲਿਆਂ ਦੇ ਦੋਵਾਂ ਲੋਕਾਂ ਦੇ ਕੰਮ ਪੂਰੇ ਹੋਣਗੇ ਜੀ। ਇਸ ਲੋਕ 'ਚ ਮਾਇਆ ਚਾਹੀਦੀ ਹੈ ਜੀ, ਅਗਲੇ ਲੋਕ 'ਚ ਨਾਮ ਧਨ ਚਾਹੀਦਾ ਜੀ। ਇੱਥੇ ਰਹਿਣ ਵਾਲਿਆਂ ਦੇ ਦੋਵੇਂ ਕੰਮ ਹੀ ਬਣਨਗੇ। ਕਹਿਣ ਲੱਗੇ ਹਾਂਜੀ। ਨਿੰਦਕ ਦੁਸ਼ਟ ਬਿਲੋਕ ਨਾ ਸਕਈ। ਉਹ ਨਿੰਦਕਾਂ ਦੀ ਗੱਲ ਸੁਣਾ ਹੈ ਨਾ,
ਤੇ ਮਹਾਰਾਜ ਸੱਚੇ ਪਾਤਸ਼ਾਹ ਬੜੇ ਹੀ ਪਿਆਰ ਨਾਲ ਗੁਰੂ ਅਰਜਨ ਸਾਹਿਬ ਉਹਨਾਂ ਨੂੰ ਸਮਝਾ ਰਹੇ। ਮਹਾਰਾਜ ਕਹਿੰਦੇ ਅਸਲ 'ਚ ਜਿਹੜੇ ਨਿੰਦਕ ਨੇ ਨਾ ਉਹ ਵੇਖ ਨਹੀਂ ਸਕਦੇ, ਕਹਿਣ ਲੱਗੇ ਦੁਸ਼ਟ ਬੰਦੇ ਵੇਖ ਨਹੀਂ ਸਕਦੇ। ਹਾਂਜੀ, ਦੁਖੀ ਹੋਤ ਪਰ ਸੁਖ ਕੋ ਤਕਈ। ਮਹਾਰਾਜ ਕਹਿਣ ਲੱਗੇ ਉਹ ਤੁਹਾਡਾ ਸੁੱਖ ਵੇਖ ਵੇਖ ਦੁਖੀ ਹੋ ਰਹੇ ਨੇ, ਵੀ ਇਹ ਗੁਰੂ ਦੀ ਨਗਰੀ 'ਚ ਰਹਿ ਰਹੇ ਆ ਤੇ ਤੁਹਾਡਾ ਸੁੱਖ ਵੇਖ ਵੇਖ ਹੀ ਦੁਖੀ ਹੋਈ ਜਾਂਦੇ ਆ। ਬੰਦਾ ਇਸੇ ਕਰਕੇ ਦੁਖੀ ਹੈ ਜੀ ਬਹੁਤਾ ਜੀ, ਦੂਜੇ ਦਾ ਸੁੱਖ ਵੇਖ ਵੇਖ ਹੀ ਦੁਖੀ ਹੋਈ ਜਾਂਦਾ ਜੀ। ਆਪ ਨਹੀਂ ਕੋਈ ਦੁੱਖ ਹੁੰਦਾ ਜੀ, ਦੂਜਾ ਸੁਖੀ ਹੈ ਇਸ ਗੱਲ ਦਾ ਦੁੱਖ ਹੋਈ ਜਾਂਦਾ ਜੀ। ਹਾਂਜੀ, ਸੋ ਪਚ ਪਚ ਜਬ ਜਾਵੈ ਹਾਰ। ਹਾਂਜੀ। ਸ਼ਰਨ ਪਰੈ ਸਤ ਗੁਰ ਦਰਬਾਰ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ। ਉਹ ਕਹਿਣ ਲੱਗੇ ਆਪੇ ਹੀ ਸੜ ਸੁੜ ਕੇ ਨਾ ਜਦੋਂ ਹਾਰ ਜਾਣਗੇ ਨਾ ਫਿਰ ਸਾਡੇ ਕੋਲ ਹੀ ਆਉਣਾ ਉਹਨਾਂ ਨੇ। ਕਹਿਣ ਲੱਗੇ ਜਾਣਾ ਕਿੱਥੇ ਹੋਰ ਕਿੱਥੋਂ ਉਹਨਾਂ ਨੇ। ਹਾਂਜੀ, ਨਹੀਂ ਬਸਹਿ ਪਛਤਾਵਹਿ ਪਾਛੈ। ਹਾਂਜੀ। ਸੁਖ ਆਛੋ ਬਿਖ ਬਸਬੋ ਬਾਛੇ। ਜਿਹੜਾ ਹੁਣ ਨਹੀਂ ਨਾ ਵਸਿਆ ਬਾਅਦ ਵਿੱਚ ਪਛਤਾਵੇਗਾ। ਕਹਿਣ ਲੱਗੇ ਵੀ ਮੈਂ ਕਿਉਂ ਨਹੀਂ ਗੁਰਾਂ ਦੀ ਪੁਰੀ ਵਿੱਚ ਰਿਹਾ, ਮੈਂ ਕਿਉਂ ਨਹੀਂ ਇਸ ਧਰਤੀ ਤੇ ਕਰ ਲਿਆ। ਹਾਂਜੀ, ਸੁਨ ਸੁਨ ਸੇਵਕ ਭਏ ਪ੍ਰਸੰਨ। ਉਹ ਢਿੱਲੇ ਜਿਹੇ ਹੋ ਕੇ ਆਏ ਸੀਗੇ ਮਹਾਰਾਜ ਦੇ ਕੋਲ। ਮਹਾਰਾਜ ਉਹਨਾਂ ਨੇ ਇੰਝ ਆਖਿਆ, ਜਦੋਂ ਮਹਾਰਾਜ ਨੇ ਅੰਮ੍ਰਿਤਸਰ ਨਗਰ ਦੀ ਮਹਿਮਾ ਸੁਣਾਈ ਨਾ ਜੀ, ਉਹ ਖੁਸ਼ ਹੋ ਗਏ ਸਾਰੇ ਜੀ ਉਸੇ ਵੇਲੇ ਜੀ। ਕਮਾਲ ਹੋ ਗਈ। ਕਹਿਣ ਲੱਗੇ ਮਹਾਰਾਜ ਸਾਨੂੰ ਤੇ ਪਤਾ ਹੀ ਨਹੀਂ ਸੀਗਾ ਇਹਨਾਂ ਗੱਲਾਂ ਦਾ। ਹਾਂਜੀ, ਕਹਿਤ ਬਾਕ ਸ੍ਰੀ ਗੁਰ ਧੰਨ ਧੰਨ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਤੇ ਧੰਨ ਹੋ ਮਹਾਰਾਜ। ਤੇ ਸਾਰੇ ਪ੍ਰੇਮ ਨਾਲ ਕਹਿਣ ਲੱਗੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇੰਝ ਨਹੀਂ ਗੱਜ ਕੇ ਆਖਿਆ ਕਰੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ, ਦਿਨ ਪ੍ਰਤ ਬਸਹਿ ਆਨ ਕਰ ਨਏ। ਹਾਂਜੀ। ਨਾਰ ਕੁਟੰਬ ਜੁਤ ਘਰ ਗਨ ਭਏ। ਉਹ ਫਿਰ ਦਿਨੋਂ ਦਿਨ ਨਵੇਂ ਨਵੇਂ ਹੀ ਸਿੱਖ ਆਉਣ ਜੀ, ਆ ਕੇ ਇੱਥੇ ਘਰ ਬਣਾਉਣ, ਜ਼ਮੀਨਾਂ ਲੈਣ। ਹਾਂਜੀ, ਖੁੱਲਿਓ ਬਾਜ਼ਾਰ ਹੇਤ ਬਿਹਰਾਵਾ। ਹਾਂਜੀ। ਸਤਿਗੁਰ ਸਭ ਕੀ ਕਰਹਿ ਸੰਭਾਰਾ। ਬਾਜ਼ਾਰ ਖੁੱਲ ਗਏ ਜੀ, ਵਪਾਰ ਹੋਣ ਲੱਗ ਪਿਆ ਜੀ। ਗੁਰੂ ਸਾਹਿਬ ਸਾਰਿਆਂ ਦੀ ਇੱਜ਼ਤ ਪਤ ਰੱਖਦੇ ਆ ਜੀ। ਹਾਂਜੀ, ਕੇਤਕ ਮਾਸ ਬਤੀਤੇ ਜਬੈ। ਜਦੋਂ ਕੁਝ ਕੁ ਮਹੀਨੇ ਲੰਘ ਗਏ ਨਾ ਜੀ, ਆਹ ਗੱਲ ਬਹੁਤ ਧਿਆਨ ਨਾਲ ਸੁਣਨ ਵਾਲੀ, ਸਮਾਂ ਥੋੜਾ, ਛੇਤੀ ਛੇਤੀ ਕਥਾ ਕਰ ਦਿਆਂਗੇ। ਜਦੋਂ ਕੁਝ ਕੁ ਮਹੀਨੇ ਲੰਘ ਗਏ ਨਾ ਜੀ, ਹਾਂਜੀ, ਬੈਠੇ ਸੌਦਾ ਲੈ ਕਰ ਸਬੈ। ਤੇ ਦੁਕਾਨਦਾਰਾਂ ਨੇ ਸੌਦੇ ਪਾਲੇ ਜੀ, ਦੁਕਾਨਾਂ 'ਚ ਖੂਬ ਸੌਦੇ ਪਾਲੇ ਜੀ। ਕੱਪੜੇ ਵਾਲਿਆਂ ਕੱਪੜਾ ਲੈ ਲਿਆ, ਅੰਨ ਵਾਲਿਆਂ ਅੰਨ ਪਾ ਲਿਆ ਬੜਾ। ਹਾਂਜੀ, ਆਏ ਨਾ ਕੋਈ ਖਰੀਦਨ ਹਾਰਾ। ਕੋਈ ਖਰੀਦਣ ਹੀ ਨਾ ਆਵੇ ਜੀ। ਇਹ ਵੀ ਪਰਚਾ ਪੈ ਗਿਆ ਜੀ। ਹਾਂਜੀ, ਹੋਏ ਅਲਪਖੀ ਕਛ ਵਿਵਹਾਰਾ। ਉਹਨਾਂ ਦੇ ਹੱਥ ਤੰਗ ਹੋ ਗਏ ਜੀ, ਵੀ ਹੁਣ ਗੁਜ਼ਾਰਾ ਕਿਵੇਂ ਚੱਲੇ। ਹਾਂਜੀ, ਬ੍ਰਿੰਦ ਬਨਕ ਇੱਕ ਦਿਨ ਮਿਲ ਆਏ। ਉਹ ਫਿਰ ਸਾਰੇ ਬਾਣੀਏ ਇਕੱਠੇ ਹੋਏ ਜੀ, ਉਹਨਾਂ ਮੀਟਿੰਗ ਕੀਤੀ ਵੀ ਕਿਵੇਂ ਆਪਣਾ ਸਰੇਗਾ, ਕਿਵੇਂ ਗੁਜ਼ਾਰਾ ਹੋਏਗਾ। ਤੇ ਜਦੋਂ ਸਾਰੇ ਬਾਣੀਆਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ, ਉਹ ਕਹਿਣ ਲੱਗੇ ਗੁਰੂ ਅਰਜਨ ਸਾਹਿਬ ਦੇ ਆਖਿਆਂ ਇੱਥੇ ਆਏ ਆ, ਗੁਰੂ ਅਰਜਨ ਸਾਹਿਬ ਜੀ ਕੋਲ ਚੱਲ ਗਏ, ਮਹਾਰਾਜ ਕੋਲ ਚੱਲ ਗਏ। ਇਕੱਠੇ ਹੋ ਕੇ ਸਾਰੇ ਸਤਿਗੁਰੂ ਜੀ ਦੇ ਕੋਲ ਆ ਗਏ ਜੀ। ਹਾਂਜੀ, ਸ੍ਰੀ ਗੁਰੂ ਅਰਜਨ ਜਹਾਂ ਸੁਹਾਏ। ਜਿੱਥੇ ਗਰੀਬ ਨਵਾਜ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਸਾਹਿਬ ਬੈਠੇ ਹੋਏ ਨੇ। ਹਾਂਜੀ, ਹਾਥ ਜੋਰ ਸਭ ਬਿਨੈ ਬਖਾਨੀ। ਹੱਥ ਜੋੜ ਲਿਆ ਕੇ ਮਜ਼ਦੂਰਾਂ ਨੇ, ਉਹ ਵਾਹਿਗੁਰੂ ਬਾਣੀਆਂ ਨੇ ਜੀ, ਦੁਕਾਨਦਾਰਾਂ ਨੇ ਜੀ। ਆਪਾਂ ਵੀ ਹੱਥ ਜੋੜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੁਨੋ ਬਿਰਤੰਤ ਆਪ ਸਭ ਦਾਨੀ। ਮਹਾਰਾਜ ਸਾਡੀ ਵੀ ਬੇਨਤੀ ਸੁਣ ਲਓ। ਹਾਂਜੀ, ਬਨਕ ਅਨੇਕ ਬਸੇ ਪੁਰ ਆਈ। ਮਹਾਰਾਜ ਅਸੀਂ ਕਈ ਬਾਣੀਏ ਵਪਾਰੀ ਤੁਹਾਡੇ ਬਚਨਾਂ ਨੂੰ ਸੁਣ ਕੇ ਇੱਥੇ ਆ ਕੇ ਵਸੇ ਹੋਏ ਆ ਮਹਾਰਾਜ। ਹਾਂਜੀ, ਬੈਠੇ ਕਰ ਦੁਕਾਨ ਸਮੁਦਾਈ। ਦੁਕਾਨਾਂ ਲਾ ਕੇ ਬਹਿ ਗਏ ਆ ਸੱਚੇ ਪਾਤਸ਼ਾਹ। ਹਾਂਜੀ, ਸਰਬ ਭਾਂਤ ਕੋ ਸੌਦਾ ਲੈ ਕੇ। ਸੌਦਾ ਵੀ ਹਰ ਤਰੀਕੇ ਦਾ ਪਾਇਆ ਦੁਕਾਨਾਂ ਵਿੱਚ। ਹਾਂਜੀ, ਹੇਤ ਜੀਵ ਕਾ ਇੱਛਾ ਕਹਿ ਕੇ। ਅਸੀਂ ਸੋਚਿਆ ਸੀ ਤੁਹਾਡੇ ਬਚਨ ਸੁਣੇ ਸੀਗੇ, ਅਸੀਂ ਸੋਚਿਆ ਗਰੀਬ ਹੈਗੇ ਆ, ਅਮੀਰ ਹੋ ਜਾਾਂਗੇ ਉੱਥੇ ਜਾ ਕੇ। ਹਾਂਜੀ, ਸਕਲ ਕੁਟੰਬਦਾਰ ਹਮ ਅਹੈਂ। ਤੇ ਮਹਾਰਾਜ ਗ੍ਰਸਤੀ ਬੰਦੇ ਹੈਗੇ ਆ, ਪਰਿਵਾਰਾਂ ਵਾਲੇ ਹੈਗੇ, ਸਾਡੇ ਵੀ ਰਿਸ਼ਤੇਦਾਰ ਨੇ, ਟੱਬਰ ਵੱਡੇ ਨੇ ਸਾਡੇ ਮਹਾਰਾਜ। ਪਹਿਲਾਂ ਟੱਬਰ ਵੀ ਖੁੱਲੇ ਹੁੰਦੇ ਸੀਗੇ ਜੀ। ਹਾਂਜੀ, ਸਭ ਹਿਨ ਕੇਰ ਗੁਜ਼ਾਰੋ ਚਾਹੈ। ਤੇ ਸਾਰੇ ਗੁਜ਼ਾਰਾ ਕਰਨਾ ਚਾਹੁੰਦੇ ਆ, ਗੁਜ਼ਾਰਾ ਹੋ ਨਹੀਂ ਰਿਹਾ ਅੰਮ੍ਰਿਤਸਰ ਆ ਕੇ ਸਾਡਾ। ਹਾਂਜੀ,
ਜਬ ਤੇ ਖੋਲੀ ਆਨ ਦੁਕਾਨ ਜਦੋਂ ਦੀਆਂ ਦੁਕਾਨਾਂ ਇੱਥੇ ਖੋਲੀਆਂ ਨੇ ਨਾ ਆ ਕੇ, ਹਾਂਜੀ, ਬੈਠੇ ਰਹੈ ਪ੍ਰਤੀਖਨ ਮਾਨ ਮਹਾਰਾਜ ਗਾਹਕ ਹੀ ਉਡੀਕਦੇ ਰਹਿੰਦੇ, ਗਾਹਕ ਹੀ ਨਹੀਂ ਆਉਂਦੇ। ਗੱਜ ਕੇ ਆਖੋ ਵਾਹਿਗੁਰੂ। ਦੁਕਾਨਦਾਰਾਂ ਨੂੰ ਬਹੁਤ ਹੁੰਦਾ ਜੀ, ਤੇ ਕੰਮ ਵੀ ਤੇਰੇ ਸਿਰ ਤੇ ਚੱਲਣਾ ਜੀ। ਕਹਿੰਦੇ ਮਹਾਰਾਜ ਗਾਹਕ ਉਡੀਕਦੇ ਰਹਿੰਦੇ, ਗਾਹਕ ਆਉਂਦੇ ਹੀ ਨਹੀਂ ਸੱਚੇ ਪਾਤਸ਼ਾਹ। ਹਾਂਜੀ, ਨਹੀਂ ਖਰੀਦ ਕਰਨ ਕੋ ਆਵੈ ਕੋਈ ਸਾਡੀ ਵਸਤੂ ਖਰੀਦਣ ਹੀ ਨਹੀਂ ਆਉਂਦਾ ਇੱਥੇ। ਹਾਂਜੀ, ਸੌਦਾ ਅਲਪ ਕਬਹੁ ਵਿਕ ਜਾਵੈ ਤੇ ਪਹਿਲਾਂ ਤੇ ਕਿਤੇ ਥੋੜਾ ਬਹੁਤਾ ਸੌਦਾ ਵਿਕ ਜਾਂਦਾ ਸੀ, ਹੁਣ ਤੇ ਉਹ ਵੀ ਨਹੀਂ ਵਿਕਦਾ ਮਹਾਰਾਜ। ਹਾਂਜੀ, ਜਾਂ ਤੇ ਨਹਿ ਪਰਵਾਰ ਗੁਜ਼ਾਰਾ ਜਿਸ ਤੇ ਸਭ ਕੋ ਬਨਹਿ ਆਹਾਰਾ। ਹੁਣ ਤੇ ਚਿੰਤਾ ਪੈ ਗਈ ਵੀ ਰਾਤ ਦਾ ਪ੍ਰਸ਼ਾਦਾ ਕਿਵੇਂ ਛਕਣਾ, ਗੁਜ਼ਾਰਾ ਨਹੀਂ ਕਰਨਾ ਮਹਾਰਾਜ। ਕਿਰਤੀ ਬੰਦੇ ਆ, ਪਰਿਵਾਰ ਵਾਲਿਆਂ ਨੂੰ 100 ਖਰਚੇ ਹੁੰਦੇ ਆ। ਇਹੋ ਜਿਹੇ ਸਮੇਂ ਆ ਕੇ ਬੰਦਾ ਸਗੋਂ ਹੀ ਮਸਾਲੇ ਲਾ ਦੱਸਦਾ। ਹਾਂਜੀ, ਪਟ ਪਹਿਰਨ ਕੋ ਖਰਚ ਮਹਾਨਾ। ਉਹ ਦੱਸਣ ਲੱਗ ਪਏ ਮਹਾਰਾਜ ਕੱਪੜੇ ਵੀ ਪਾਉਣੇ ਹੁੰਦੇ ਆ, ਕੱਪੜਿਆਂ ਦਾ ਹੀ ਬੜਾ ਖਰਚਾ ਹੈ। ਹਾਂਜੀ, ਵਿਆਹ ਆਦ ਉਸਤਵ ਕੇ ਨਾਨਾ। ਤੇ ਜੇ ਕੋਈ ਵਿਆਹ ਜੇ ਪੁਰਬ ਆ ਜੇ ਉਦੋਂ ਵੀ ਖਰਚਾ ਹੋਣਾ ਹੁੰਦਾ ਸੱਚੇ ਪਾਤਸ਼ਾਹ। ਤੇ ਗਾਹਕ ਤੇ ਕੋਈ ਆ ਨਹੀਂ ਰਿਹਾ ਸਾਡੇ ਕੋਲ। ਹਾਂਜੀ, ਕਰਿਓ ਚਾਹੈ ਹਮ ਬਸ ਕਰ ਜਬੈ ਇਹ ਤੋ ਬਨਜ ਹੋਤ ਨਹਿ ਅਬੈ। ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਇੱਥੇ ਨਹੀਂ ਸਾਡਾ ਗੁਜ਼ਾਰਾ ਚੱਲਣਾ। ਹਾਂਜੀ, ਅਪਰ ਨਾ ਕੋ ਮਾਲਕ ਹਮਰੋ। ਤੇ ਮਹਾਰਾਜ ਆਖੀਏ ਕਿਹਨੂੰ ਹੋਰ, ਤੁਹਾਡੇ ਤੋਂ ਬਗੈਰ ਕੋਈ ਮਾਲਕ ਥੋੜੀ ਹੋਰ ਹੈਗਾ ਸਾਡਾ। ਹਾਂਜੀ, ਬਸੇ ਆਸਰਾ ਲੈ ਕਰ ਤੁਮਰੋ। ਤੁਹਾਡੇ ਆਸਰੇ ਤੇ ਆ ਕੇ ਵਸੇ ਆ, ਤੁਹਾਡੇ ਬਾਰੇ ਸੁਣਿਆ ਸੀਗਾ, ਆਪ ਜੀ ਦੇ ਆਸਰੇ ਆ ਕੇ ਵਸੇ ਆ। ਹਾਂਜੀ, ਪ੍ਰਤਪਾਲਕ ਸਭ ਜਗ ਕੇ ਅਹੋ। ਮਹਾਰਾਜ ਤੁਸੀਂ ਤੇ ਸਾਰੇ ਜਗਤ ਨੂੰ ਹੀ ਪਾਲਣ ਵਾਲੇ ਹੋ। ਗੱਜ ਕੇ ਆਖੋ ਵਾਹਿਗੁਰੂ। ਫੁਰਨ ਆਪ ਕੋ ਬਚ ਜਿਮ ਕਹੋ। ਕੋਈ ਸਾਨੂੰ ਵੀ ਬਚਨ ਕਰ ਦੋ। ਫੁਰਹੇ ਆਪ ਕੋ ਬਚ ਜਿਮ ਕਹੋ, ਜਿਵੇਂ ਕਹਿੰਦੇ ਉਵੇਂ ਬਚਨ ਫੁਰ ਜਾਂਦੇ ਆ। ਸਾਡੇ ਬਾਰੇ ਵੀ ਬਚਨ ਕਰ ਦਿਓ, ਸਾਡੀਆਂ ਦੁਕਾਨਾਂ ਚੱਲ ਪੈਣ। ਹਾਂਜੀ, ਸ਼੍ਰੀ ਅਰਜਨ ਸੁਣ ਕਰ ਸਭ ਬਿਨਤੀ। ਆਖੋ ਸਾਰੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਜਦੋਂ ਮਹਾਰਾਜ ਨੇ ਉਹਨਾਂ ਬਾਣੀਆਂ ਦੀ ਸਾਰਿਆਂ ਦੀ ਬੇਨਤੀ ਸੁਣੀ ਨਾ ਜੀ, ਹਾਂਜੀ, ਬਿਕਸਤ ਭਨਿਓ ਤਜੋ ਅਸ ਗਿਣਤੀ। ਤੇ ਮਹਾਰਾਜ ਮੁਸਕਰਾ ਪਏ ਜੀ ਗੁਰੂ ਅਰਜਨ ਸਾਹਿਬ, ਖੁਸ਼ ਹੋ ਗਏ। ਹਾਂਜੀ, ਵੇਖੋ ਨਾ ਜੀ, ਜਿਸ ਗੁਰੂ ਸਾਹਿਬ ਕੋ ਨਾਮ ਦੀਆਂ ਦਾਤਾਂ ਮਿਲਣੀਆਂ, ਉੱਥੇ ਦੁਕਾਨ ਦੇ ਆ ਕੇ ਦੱਸਣ ਦੇ ਵੀ ਗਾਹਕ ਨਹੀਂ ਆਉਂਦੇ ਜੀ। ਹਾਂਜੀ, ਐਡੇ ਵੱਡੇ ਗੁਰੂ ਅਰਜਨ ਦੇਵ ਸਾਹਿਬ ਰੱਬ ਪਰਮੇਸ਼ਰ ਉੱਥੇ ਆ ਕੇ ਕਹਿ ਰਹੇ ਵੀ ਗਾਹਕ ਨਹੀਂ ਆਉਂਦੇ ਸਾਡੇ। ਮਹਾਰਾਜ ਉਹਨਾਂ ਦੀ ਗੱਲ ਸੁਣ ਕੇ ਖੁਸ਼ ਹੋ ਗਏ ਜੀ। ਖੁਸ਼ ਹੋ ਕੇ ਫਿਰ ਮਹਾਰਾਜ ਨੇ ਆਖਿਆ ਤਜੋ ਅਸ ਗਿਣਤੀ। ਮਹਾਰਾਜ ਕਹਿੰਦੇ ਛੱਡੋ ਪਰ ਇਹੋ ਜਿਹੀਆਂ ਗੱਲਾਂ ਕਹਿਣ ਲੱਗੇ। ਹਾਂਜੀ, ਕਰੋ ਆਜ ਤੇ ਐਸੀ ਕਾਰ। ਅੱਜ ਤੋਂ ਇਹ ਨੇਮ ਬਣਾ ਲਓ, ਮਹਾਰਾਜ ਕਹਿਣ ਲੱਗੇ। ਹਾਂਜੀ, ਜਿਸ ਤੇ ਵਧਹ ਅਧਿਕ ਵਿਵਹਾਰ। ਤੁਹਾਡਾ ਵਪਾਰ ਦੁਕਾਨਾਂ ਖੂਬ ਚੱਲਣਗੀਆਂ ਕਹਿਣ ਲੱਗੇ। ਹਾਂਜੀ, ਉਠੋ ਭੋਰ ਕਰ ਸ਼ੌਚ ਇਸ਼ਨਾਨ। ਮਹਾਰਾਜ ਹੁਕਮ ਕਰੋ। ਮਹਾਰਾਜ ਕਹਿੰਦੇ ਉੱਠਿਆ ਕਰੋ ਅੰਮ੍ਰਿਤ ਵੇਲੇ, ਅੰਮ੍ਰਿਤ ਵੇਲੇ ਉੱਠ ਕੇ ਨਾ ਇਸ਼ਨਾਨ ਕਰਿਆ ਕਰੋ। ਹਾਂਜੀ, ਗੁਰਬਾਣੀ ਸੋ ਕੀਜੈ ਧਿਆਨ। ਧਿਆਨ ਲਾ ਕੇ ਗੁਰਬਾਣੀ ਦਾ ਪਾਠ ਕਰਿਆ ਕਰੋ ਕਹਿਣ ਲੱਗੇ, ਧਿਆਨ ਲਾ ਕੇ। ਹਾਂਜੀ, ਪੁਨ ਸ਼੍ਰੀ ਹਰਮੰਦਰ ਮੈਂ ਜਾਵਹੋ। ਫਿਰ ਹਰਮੰਦਰ ਸਾਹਿਬ ਹਾਜ਼ਰੀ ਭਰਿਆ ਕਰੋ ਕਹਿਣ ਲੱਗੇ ਅੰਮ੍ਰਿਤ ਵੇਲੇ। ਗੱਜ ਕੇ ਆਖੋ ਵਾਹਿਗੁਰੂ। ਫਿਰ ਹਰਮੰਦਰ ਸਾਹਿਬ ਹਾਜ਼ਰੀ ਭਰਿਆ ਕਰੋ। ਹਾਂਜੀ, ਯਥਾ ਸ਼ਕਤ ਤਹ ਭੇਟ ਬਟਾਵਹੋ। ਤੇ ਸੁੱਕਾ ਨਾ ਮੱਥਾ ਟੇਕਿਆ ਕਰਿਓ। ਜਥਾ ਸ਼ਕਤ, ਜਥਾ ਸ਼ਕਤ ਹੁੰਦਾ ਪਹੁੰਚ ਅਨੁਸਾਰ ਜੀ, ਜਿਹਦੀ ਜਿੰਨੀ ਸ਼ਕਤੀ ਪਹੁੰਚ ਹੈ ਆਪਣੀ ਪਹੁੰਚ ਅਨੁਸਾਰ ਮੱਥਾ ਵੀ ਟੇਕਿਆ ਕਰੋ ਮਾਇਆ ਦਾ ਕਹਿਣ ਲੱਗੇ। ਹਾਂਜੀ, ਹਾਥ ਜੋੜ ਕਰ ਸੀਸ ਨਿਵਾਵਹੋ। ਫਿਰ ਇੱਥੇ ਆ ਕੇ ਹੱਥ ਜੋੜਿਆ ਕਰਿਓ ਤੇ ਸਿਰ ਨਿਵਾਇਆ ਕਰਿਓ। ਹਾਂਜੀ, ਪ੍ਰਭ ਸਮਾਨ ਸ਼ਰਧਾ ਉਪਜਾਵਹੋ। ਔਰ ਇੰਜ ਸਮਝਣਾ ਹੈ ਵੀ ਪਰਮੇਸ਼ਰ ਹੈ ਇੱਥੇ, ਰੱਬ ਵਾਲੀ ਸ਼ਰਧਾ ਇੱਥੇ ਆ ਕੇ ਰੱਖਿਓ ਕਹਿਣ ਲੱਗੇ। ਹਾਂਜੀ, ਬਹੁਰ ਆਏ ਬਨਜ ਕੋ ਕੀਜੈ। ਫਿਰ ਆ ਕੇ ਦੁਕਾਨਾਂ ਤੇ ਬੈਠਿਆ ਕਰੋ ਮਹਾਰਾਜ ਕਹਿਣ ਲੱਗੇ। ਧਿਆਨ ਨਾਲ ਸੁਣਿਓ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਧਿਆਨ ਲਾ ਕੇ ਬਾਣੀ ਪੜ੍ਹਨੀ ਹੈ,
ਹਰਿਮੰਦਰ ਸਾਹਿਬ ਹਾਜ਼ਰੀ ਭਰਨੀ ਹੈ, ਮਾਇਆ ਚੜਾਉਣੀ ਹੈ, ਅਰਦਾਸ ਕਰਨੀ ਹੈ, ਫਿਰ ਦੁਕਾਨ ਤੇ ਆ ਕੇ ਬੈਠੋ ਕਹਿਣ ਲੱਗੇ। ਹਾਂਜੀ, ਦਿਨ ਸਗਰੇ ਮਹਿ ਲਾਹਾ ਲੀਜੈ। ਫਿਰ ਮਹਾਰਾਜ ਕਹਿੰਦੇ ਲਾਭ ਹੀ ਲਾਭ ਹੋਏਗਾ। ਗੱਜ ਕੇ ਆਖੋ ਵਾਹਿਗੁਰੂ। ਫਿਰ ਜਿੰਨੇ ਮਰਜ਼ੀ ਪੈਸੇ ਕਮਾ ਲਿਓ। ਹੁਣ ਤੱਕ ਪੁਰਾਣੇ ਖਾਨਦਾਨੀ ਸਿੱਖ ਹੈ ਨਾ ਜਿਹੜੇ ਅੰਮ੍ਰਿਤਸਰ ਦੇ, ਉਹ ਨੇਮ ਨਾਲ ਅੰਮ੍ਰਿਤ ਵੇਲੇ ਪਹੁੰਚਦੇ ਜੀ ਦਰਬਾਰ ਸਾਹਿਬ ਜੀ। ਹਾਂਜੀ, ਉਹਨਾਂ ਨੂੰ ਪਤਾ ਸਾਡੀਆਂ ਦੁਕਾਨਾਂ ਨਹੀਂ ਚੱਲਣੀਆਂ, ਦੁਕਾਨਾਂ ਨਹੀਂ ਚੱਲਣੀਆਂ ਜੀ, ਸਾਡੇ ਵਪਾਰ ਨਹੀਂ ਚੱਲਣੇ ਜੀ। ਕਈ ਤਾਂ ਇੱਥੇ ਇਹੋ ਜਿਹੀ ਵੀ ਫੌਜ ਹੈਗੀ ਹੈ ਜੀ, ਜੋੜਾ ਘਰ 'ਚ ਉਹਨਾਂ ਸਭਾਵਾਂ ਬਣਾਈਆਂ, ਕਮੇਟੀਆਂ ਬਣਾਈਆਂ ਜੀ। ਜੋੜਾ ਘਰ ਵਾਲਿਆਂ ਦਾ ਵੱਖਰਾ ਜੱਥਾ, ਲੰਗਰ ਵਰਤਾਉਣ ਵਾਲਿਆਂ ਦਾ ਵੱਖਰਾ ਜੀ, ਬਣਾਉਣ ਵਾਲਿਆਂ ਦਾ ਵੱਖਰਾ ਜੀ। ਹਾਂਜੀ, ਉਹ ਜੋੜਿਆਂ ਦੀ ਸੇਵਾ ਕਰਦੇ ਕਰਦੇ ਹੀ ਵਪਾਰ ਕਰੀ ਜਾਂਦੇ ਜੀ ਉੱਥੇ ਜੀ, ਉੱਥੇ ਹੀ ਗਾਹਕ ਗੰਢੀ ਜਾਂਦੇ ਜੀ ਆਪਣੇ ਜੀ। ਹਾਂਜੀ, ਮਹਾਰਾਜ ਕਹਿਣ ਲੱਗੇ ਤੁਹਾਡੀ ਗੱਲ ਬਣਨੀ ਉਦੋਂ ਹੈ ਜਦੋਂ ਹਰਿਮੰਦਰ ਸਾਹਿਬ ਆ ਕੇ ਨਮਸਕਾਰ ਕਰੋਗੇ। ਹਾਂਜੀ, ਪੂਨ ਸੰਧਿਆ ਜਬ ਹੋਵਹਿ ਆਏ। ਸਾਰੀ ਦਿਹਾੜੀ ਕੰਮ ਕਰਿਓ, ਲਾਭ ਲਿਓ, ਜਦੋਂ ਸ਼ਾਮਾਂ ਪੈ ਗਈਆਂ ਹਾਂਜੀ ਤਬ ਉਠ ਤਜੋ ਬਨਹੁ ਸਮੁਦਾਇ। ਫੇਰ ਆਇਆ ਕਰੋ ਇਕੱਠੇ ਹੋ ਕੇ ਇੱਥੇ। ਹਾਂਜੀ, ਸ੍ਰੀ ਹਰਿਮੰਦਰ ਦਰਸ਼ਨ ਕਰੋ। ਹਾਂਜੀ, ਬਿਨਤੀ ਭਰਹੁ ਕਾਮਨਾ ਧਰੋ। ਤੇ ਫਿਰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਬੇਨਤੀ ਕਰਿਆ ਕਰੋ। ਮਹਾਰਾਜ ਕਹਿਣ ਲੱਗੇ ਹਾਂਜੀ, ਸਭ ਪੂਰਨ ਹੋਏ ਤੁਮਰੀ ਜਾਏ। ਵਾਹ ਵਾਹ। ਮਹਾਰਾਜ ਕਹਿੰਦੇ ਜਿੰਨੀਆਂ ਬੇਨਤੀਆਂ ਕਰੋਗੇ ਸਾਰੀਆਂ ਹੀ ਪੂਰੀਆਂ ਹੋਣਗੀਆਂ। ਹਾਂਜੀ, ਆਉਂਦੇ ਆ ਜੀ ਸਵੇਰੇ ਪਾਲਕੀ ਸਾਹਿਬ ਵਾਲੇ ਪੱਕੇ ਆ ਜੀ। ਹਾਂਜੀ, ਸ਼ਾਮਾਂ ਵਾਲੇ ਵੀ ਪੱਕੇ ਹੈਗੇ ਜੀ ਉੱਥੇ ਜੀ, ਕਿਸੇ ਹੋਰ ਨੂੰ ਲਾਗੇ ਨਹੀਂ ਆਉਣ ਦਿੰਦੇ ਜੀ। ਹਾਂਜੀ, ਕਰਹੁ ਬਨਜ ਬੜ ਲਾਹਾ ਪਾਏ। ਮਹਾਰਾਜ ਕਹਿੰਦੇ ਕੋਈ ਨਹੀਂ, ਇਹ ਤਾਂ ਸ਼ਿਕਾਇਤ ਦੂਰ ਹੋ ਜਾਏਗੀ। ਮਾਇਆ ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਹੀ ਤੁਹਾਨੂੰ ਮਿਲ ਜਾਇਆ ਕਰੇਗੀ ਕਹਿਣ ਲੱਗੇ। ਹਾਂਜੀ, ਨਹੀਂ ਤੋਟ ਹੋਏ ਕਿਛੂ ਪਦਾਰਥ। ਕਿਸੇ ਚੀਜ਼ ਦੀ ਤੋਟ ਨਹੀਂ ਆਏਗੀ ਤੁਹਾਨੂੰ। ਹਾਂਜੀ, ਨਿਤ ਪ੍ਰਤ ਪੁਰਬਹ ਆਪਨ ਸਵਾਰਥ। ਜੋ ਮੰਗਣਾ ਹੁੰਦਾ ਮੰਗ ਲਿਆ ਕਰੋ, ਹਰਿਮੰਦਰ ਸਾਹਿਬ ਬੜਾ ਵੱਡਾ ਹੈਗਾ ਜੀ। ਹਾਂਜੀ, ਅਗਲੀ ਗੱਲ ਬੜੇ ਧਿਆਨ ਨਾਲ ਸੁਣਿਓ, ਆਖੋ ਵਾਹਿਗੁਰੂ। ਵਾਹਿਗੁਰੂ। ਹਾਂਜੀ, ਧਨ ਕੀ ਗਿਣਤੀ ਹੈ ਕਹੋ ਕੌਣ। ਮਹਾਰਾਜ ਕਹਿੰਦੇ ਮਾਇਆ ਦੀ ਗਿਣਤੀ ਕੀ ਹੈਗੀ ਹੈ। ਹਾਂਜੀ, ਲక్ష్ਮੀ ਬਸਹਿ ਆਏ ਕਰ ਭਾਨ। ਤੁਹਾਡੇ ਘਰ ਲక్ష్ਮੀ ਦਾ ਵਾਸਾ ਹੀ ਹੋ ਜਾਇਆ ਕਰੇਗਾ ਕਹਿਣ ਲੱਗੇ, ਲక్ష్ਮੀ ਖੁਦ ਆ ਜਾਇਆ ਕਰੇਗੀ। ਭਾਈ ਗੁਰਦਾਸ ਜੀ ਲਿਖਦੇ ਲక్ష్ਮੀਆਂ ਲੱਖ ਗੋਲੀਆਂ, ਲੱਖਾਂ ਲక్ష్ਮੀਆਂ ਗੁਰੂ ਸਾਹਿਬ ਦੇ ਚਰਨਾਂ 'ਚ ਗੋਲੀਆਂ ਬਣ ਕੇ ਸੇਵਾ ਕਰਦੀਆਂ ਜੀ। ਉਹ ਕਹਿੰਦੇ ਜਿਹੜਾ ਰੋਜ਼ ਅੰਮ੍ਰਿਤਸਰ ਜਾਂਦਾ ਹੈ ਨਾ ਵਾਹਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਹਰਿਮੰਦਰ ਸਾਹਿਬ, ਗਰੀਬ ਹੋਵੇ ਕੰਗਾਲ ਹੋਵੇ, ਮਹਾਰਾਜ ਫਿਰ ਇੱਕ ਲక్ష్ਮੀ ਨੂੰ ਹੁਕਮ ਕਰਦੇ ਆ ਜਾ ਇਹਦੇ ਘਰ ਫੇਰਾ ਮਾਰ ਕੇ ਆ। ਹਾਂ, ਉਹ ਜਦੋਂ ਫੇਰਾ ਮਾਰਦੀ ਹੈ ਫਿਰ ਸ਼ਾਹ ਜੀ ਹੋ ਜਾਂਦੀ ਜੀ, ਫਿਰ ਖੂਬ ਬੰਦਾ ਅਮੀਰ ਹੋ ਜਾਂਦਾ ਜੀ। ਬੜੇ ਬੜੇ ਗਰੀਬ ਬੰਦੇ ਜੀ ਜਿਨ੍ਹਾਂ ਨੇਮ ਨਾਲ ਹਰਿਮੰਦਰ ਸਾਹਿਬ ਹਾਜ਼ਰੀ ਭਰੀ, ਕਮਾਲ ਹੀ ਹੋ ਗਈ ਜੀ ਉਹਨਾਂ ਦੀ ਜੀ। ਵੱਡੀਆਂ ਵੱਡੀਆਂ ਕੋਠੀਆਂ ਜੀ ਉਹਨਾਂ ਦੀਆਂ ਅੱਜ ਜੀ। ਹਾਂਜੀ, ਸ਼੍ਰੀ ਹਰਿਮੰਦਰ ਮਹਾ ਮਹਾਤਮ। ਕਿਉਂ? ਹਰਿਮੰਦਰ ਸਾਹਿਬ ਦਾ ਬਹੁਤਾ ਹੀ ਵੱਡਾ ਮਹਾਤਮ ਹੈ, ਬਹੁਤ ਵੱਡਾ ਮਹਾਤਮ ਹੈ। ਹਾਂਜੀ, ਸਭ ਕੀ ਪੁਰਹਿ ਕਾਮਨਾ ਆਤਮ। ਸਾਰਿਆਂ ਦੀਆਂ ਕਾਮਨਾਵਾਂ ਇੱਥੋਂ ਪੂਰੀਆਂ ਹੋਇਆ ਕਰਨਗੀਆਂ ਕਹਿਣ ਲੱਗੇ। ਹਾਂਜੀ, ਸ਼੍ਰੀ ਹਰਿਮੰਦਰ ਦਾਸੀ ਮਾਇਆ। ਕਿਉਂ? ਹਰਿਮੰਦਰ ਸਾਹਿਬ ਦੀ ਸੇਵਾਦਾਰਣੀ ਹੈ ਮਾਇਆ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਕਿਸੇ ਦੇ ਘਰ 'ਚ ਕੋਈ ਬੀਬੀ ਨੌਕਰੀ ਕਰਦੀ ਹੋਵੇ, ਝਾੜੂ ਪੋਚਾ ਕਰਦੀ ਹੋਵੇ, ਉਹਨੂੰ ਕਹਿੰਦੇ ਦਾਸੀ ਜੀ। ਮਹਾਰਾਜ ਕਹਿੰਦੇ ਹਰਿਮੰਦਰ ਸਾਹਿਬ ਦੀ ਨੌਕਰ ਦਾਸੀ ਹੈ ਮਾਇਆ। ਹਾਂਜੀ, ਇਹ ਠਾਂ ਬਾਸ ਕਰਹਿ ਭਨ ਭਾਇਆ। ਮਹਾਰਾਜ ਕਹਿਣ ਲੱਗੇ ਉਹ ਇੱਥੇ ਵਾਸਿਆ ਕਰੇਗੀ ਆ ਕੇ। ਹਾਂਜੀ, ਨੌ ਨਿਧ ਸਿਧ ਰਿਧ ਜੇ ਨਾਨਾ। ਹਾਂਜੀ, ਆਏ ਸ਼ਰਨ ਪਰ ਹੈ ਇਸ ਥਾਨਾ। ਨੌ ਨਿਧੀਆਂ ਰਿਧੀਆਂ ਸਿੱਧੀਆਂ ਇੱਥੇ ਪੱਕੀਆਂ ਹੀ ਵਸੀਆਂ ਹੋਈਆਂ ਨੇ। ਹਰਿਮੰਦਰ ਸਾਹਿਬ ਦੇ ਕਿਣਕੇ ਕਿਣਕੇ 'ਚ ਕਿਰਪਾ ਜੀ। ਕਿਸੇ ਨੁੱਕਰ 'ਚ ਬਹਿ ਜਾਓ, ਹਰਿਮੰਦਰ ਸਾਹਿਬ ਦੀ ਹਰ ਨੁੱਕਰ 'ਚ ਕਿਰਪਾ ਹੈ ਜੀ। ਉਥੋਂ ਦੇ ਸਰੋਵਰ ਦੀ ਬੂੰਦ 'ਚ ਵੀ ਕਿਰਪਾ ਹੈ ਜੀ। ਉਥੋਂ ਦੀ ਮਿੱਟੀ 'ਚ ਵੀ ਕਿਰਪਾ ਹੈ, ਚਰਨ ਧੂੜ 'ਚ ਵੀ ਕਿਰਪਾ ਹੈ ਜੀ।
ਮਹਾਰਾਜ ਕਹਿੰਦੇ ਇਹਦਾ ਬੜਾ ਵੱਡਾ ਮਹਾਤਮ, ਇੰਨਾ ਵੱਡਾ ਮਹਾਤਮ ਹੈ ਹਰਿਮੰਦਰ ਸਾਹਿਬ ਦਾ, ਬੋਲ ਕੇ ਦੱਸਿਆ ਹੀ ਨਹੀਂ ਜਾ ਸਕਦਾ ਸਾਧ ਸੰਗਤ ਜੀ। ਹਾਂਜੀ, ਸੁਣ ਕਰ ਸਭ ਸਿੱਖਨ ਮਨ ਉਹ ਮਾਨੀ। ਬਾਣੀਏ ਤਿਆਰ ਹੋ ਗਏ ਜੀ। ਮਹਾਰਾਜ ਇਹ ਤੇ ਔਖਾ ਕੰਮ ਨਹੀਂ ਹੈਗਾ, ਅਸੀਂ ਆਇਆ ਕਰਾਂਗੇ ਸਵੇਰੇ ਸਵੇਰੇ ਮਹਾਰਾਜ ਹਰਿਮੰਦਰ ਸਾਹਿਬ। ਹਾਂਜੀ, ਕਰਨ ਲੱਗੇ ਜਿਮ ਗੁਰੂ ਬਖਾਨੀ। ਜਿਵੇਂ ਮਹਾਰਾਜ ਨੇ ਉਹਨਾਂ ਨੂੰ ਬਚਨ ਕੀਤਾ ਉਹ ਉਵੇਂ ਮੰਨ ਗਏ ਜੀ। ਹਾਂਜੀ, ਦੋਏ ਸਮੇਂ ਦਰਸਹਿ ਹਰਮੰਦਰ। ਦੋ ਸਮੇਂ ਆ ਕੇ ਹਰਿਮੰਦਰ ਸਾਹਿਬ ਦੇ ਉਹ ਦਰਸ਼ਨ ਕਰਨ ਲੱਗ ਪਏ ਜੀ। ਹਾਂਜੀ, ਰਿਕਤ ਪਾਣ ਕੋ ਜਾਏ ਨਾ ਅੰਦਰ। ਤੇ ਖਾਲੀ ਹੱਥ ਨਹੀਂ ਸੀ ਮੱਥਾ ਟੇਕਦੇ ਹੁੰਦੇ ਜੀ। ਹਾਂਜੀ, ਸਰਬ ਪਦਾਰਥ ਸਭ ਤੇ ਹੋਏ। ਤੇ ਬਸ ਫਿਰ ਕੀ ਸੀਗਾ, ਸਭਨਾਂ ਦੇ ਘਰਾਂ 'ਚ ਖੁੱਲੀ ਮਾਇਆ ਆਈ ਜੀ, ਖੁੱਲੀ ਆਈ ਜੀ। ਹਾਂਜੀ, ਸਰਬ ਰੀਤ ਤੇ ਸਭ ਸੁਖ ਜੋਏ। ਤੇ ਸਰਬ ਰੀਤੀਆਂ ਦੇ ਨਾਲ ਸੁੱਖ ਮਿਲਿਆ ਜੀ ਉਹਨਾਂ ਨੂੰ, ਬਹੁਤ ਖੁਸ਼ੀਆਂ ਮਿਲੀਆਂ ਜੀ ਉਹਨਾਂ ਨੂੰ ਫਿਰ। ਹਾਂਜੀ, ਅਬ ਲਗ ਜਾਨੀ ਜਾਏ ਸੋ ਚਾਲ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੁਣ ਤੱਕ ਇਹ ਕੰਮ ਲਗਾਤਾਰ ਸ਼ੁਰੂ ਹੀ ਹੈ। ਹੁਣ ਤੱਕ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਧਨਾੜ ਵਪਾਰੀ ਨੇ ਸਵੇਰੇ ਸ਼ਾਮ ਮੱਥਾ ਟੇਕਦੇ ਆ ਕੇ ਜੀ। ਹਾਂਜੀ, ਕਰਤ ਸਦੀਵ ਜੇ ਸਿੱਖ ਵਿਸਾਲ। ਉਹ ਇਹ ਕਾਰਜ ਕਰ ਰਹੇ ਨੇ ਤੇ ਗੁਰੂ ਦੀ ਸਿੱਖੀ ਨੂੰ ਪ੍ਰਾਪਤ ਨੇ। ਅਸੀਂ ਉਹ ਸੰਤੋਖਸਰ ਸਾਹਿਬ ਦੇ ਪਿੱਛੇ ਜਿਹੜੀ ਮਾਰਕੀਟ ਹੈ, ਬਹੁਤ ਭੀੜੀ ਮਾਰਕੀਟ ਹੈ ਜੀ, ਮਸਾਂ ਇੱਕ ਬੰਦੇ ਦੇ ਤੁਰਨ ਜਿੰਨੀ ਥਾਂ ਜੀ। ਉੱਥੇ ਪਤਾ ਹੀ ਨਹੀਂ ਵਿੱਚ ਵਿੱਚ ਕਿੰਨੀਆਂ ਕੁ ਮਾਰਕੀਟਾਂ ਹੈਗੀਆਂ ਜੀ, ਕਿੰਨੇ ਕੁ ਬਾਜ਼ਾਰ ਨੇ ਜੀ। ਤੇ ਉੱਥੇ ਬਜ਼ੁਰਗ ਬੈਠਾ ਜੀ, ਹਿੰਦੂ ਬੰਦਾ ਜੀ, ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਵੱਡੀ ਫੋਟੋ ਲਾਈ ਉਹਨੇ ਜੀ, ਸਰੂਪ ਲਾਇਆ। ਤੇ ਮੈਂ ਪੁੱਛਿਆ ਵੀ ਕਿਉਂ, ਉੱਥੇ ਤਾਂ ਕਿਸੇ ਹੋਰ ਦੀ ਹੋਣੀ ਚਾਹੀਦੀ ਸੀ, ਉਹਨਾਂ ਦੇ ਇਸ਼ਟ ਦੀ ਹੋਣੀ ਚਾਹੀਦੀ ਸੀ। ਉਹ ਕਹਿਣ ਲੱਗਾ ਅਸੀਂ ਪੁਰਾਣੇ ਵਸੇ ਹੋਏ ਆ, ਪੁਰਾਣੇ, ਸਾਡੇ ਦਾਦੇ ਪੜਦਾਦਿਆਂ ਤੋਂ ਵੀ ਗਾਂ ਉਹਨਾਂ ਦੇ ਦਾਦੇ ਪੜਦਾਦੇ ਨਾ ਜਿਹੜੇ ਅਸੀਂ ਸੁਣਦੇ ਆ ਰਹੇ ਆ, ਅਸੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਵੇਲੇ ਦੇ ਇੱਥੇ ਬੈਠੇ ਹੋਏ ਆ। ਕਹਿਣ ਲੱਗੇ, ਕਹਿੰਦੇ ਅਸੀਂ ਨੇਮੀ ਆ, ਨੇਮੀ, ਸਵੇਰੇ ਸ਼ਾਮ ਹਰਿਮੰਦਰ ਸਾਹਿਬ ਦੇ, ਸਾਨੂੰ ਮੋਨੇ ਨਾ ਜਾਣਿਓ, ਅਸੀਂ ਨੇਮੀ ਆ ਹਰਿਮੰਦਰ ਸਾਹਿਬ ਦੇ। ਕਹਿਣ ਲੱਗੇ ਬਣਿਆ ਤੇ ਕਿਰਪਾ ਹੁੰਦੀ ਜੀ। ਇਹਦਾ ਤੇ ਇੰਨਾ ਮਹੱਤਵ ਹੈ ਜਿਹੜਾ ਜੀਵ ਤੋਂ ਕਹਿਆ ਹੀ ਨਹੀਂ ਜਾ ਸਕਦਾ ਜੀ। ਇਸੇ ਕਰਕੇ ਮਹਾਰਾਜ ਨੇ ਕਹਿਤਾ ਨਾ, ਡਿਠੇ ਸਭੇ ਥਾਵ, ਡਿਠੇ ਸਭੇ ਥਾਵ। 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 ਨਹੀਂ ਤੁਧ ਜਿਹਾ ਜੀ, ਨਹੀਂ ਤੁਧ ਜਿਹਾ ਜੀ, ਨਹੀਂ ਤੁਧ ਜਿਹਾ ਜੀ, ਨਹੀਂ ਤੁਧ ਜਿਹਾ। ਡਿਠੇ ਸਭੇ ਥਾਵ, ਡਿਠੇ ਸਭੇ ਥਾਵ। ਡਿਠੇ ਸਭੇ ਥਾਵ, ਡਿਠੇ ਸਭੇ ਥਾਵ। ਕੱਲ ਵੀ ਬੇਨਤੀ ਕੀਤੀ ਸੀ, ਡਿਠੇ ਸਭੇ ਥਾਵ ਦਾ ਭਾਵ ਇਹ ਨਹੀਂ ਵੀ ਇੰਡੀਆ ਦੇ, ਕੈਨੇਡਾ ਦੇ, ਅਮਰੀਕਾ ਦੇ ਇਹ ਥਾਂ ਨਹੀਂ। ਡਿਠੇ ਸਭੇ, ਸਭੇ ਦਾ ਭਾਵ ਲੋਕ ਤੇ ਪ੍ਰਲੋਕ ਆ ਜਾਂਦਾ ਹੈ ਜੀ। ਖੰਡਾਂ ਵਰ ਭੰਡਾਂ ਦੇ ਵਿੱਚ ਹਰਿਮੰਦਰ ਸਾਹਿਬ ਦੀ ਬਰਾਬਰੀ ਵਾਲਾ ਅਸਥਾਨ ਨਹੀਂ ਹੈ। ਹਰਿਮੰਦਰ ਸਾਹਿਬ ਦੀ ਬਰਾਬਰੀ ਨਹੀਂ ਹੋ ਸਕਦੀ ਜੀ। ਹਾਂਜੀ, ਆ ਬਾਬੇ ਸਾਡੇ ਕੱਲ ਹੀ ਕੈਨੇਡਾ ਤੋਂ ਆਏ, ਜਦੋਂ ਉੱਥੇ ਗਏ ਨਾ ਜੀ ਤੇ ਫੋਨ ਤੇ ਰੋਇਆ ਕਰਨ ਸੀ ਹੈ, ਤੇ ਕਹਿਣ ਲੱਗੇ ਵੀ ਨਹੀਂ ਅੰਮ੍ਰਿਤਸਰ ਦਰਬਾਰ ਸਾਹਿਬ ਨਹੀਂ ਬਣ ਜਾਣਾ ਕਿਸੇ ਥਾਂ ਨੇ ਜੀ। ਜਿਹੜਾ ਰੋਜ਼ ਅੰਮ੍ਰਿਤ ਵੇਲੇ ਜਾਂਦਾ, ਹਾਜ਼ਰੀ ਭਰਦਾ ਜੀ ਉੱਥੇ, ਹਾਂਜੀ, ਉਹਨੂੰ ਫਿਰ ਕੋਈ ਹੋਰ ਜਗ੍ਹਾ ਚੰਗੀ ਥੋੜੀ ਲੱਗਦੀ ਸੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਥਾਨ ਮਹਾਰਾਜ ਦਾ ਹੀ ਹੈ ਜੀ। ਕੋਈ ਇਹੋ ਜਿਹਾ ਸਰੋਵਰ ਬਣਾ ਲੇ, ਵਿੱਚ ਸੋਨੇ ਦਾ ਮੰਦਿਰ ਬਣਾ ਦੇ, ਸਭ ਕੁਝ ਬਣਾ ਲੇ, ਤੇ ਉਹ ਬਾਬਾ ਜੀ ਦਾ ਬਚਨ, ਬਾਬਾ ਹਰਬੰਸ ਸਿੰਘ ਜੀ ਦਾ ਸੀ ਸ਼ਾਇਦ, ਤੇ ਉਹਨਾਂ ਕਿਹਾ ਸੀ ਸਭ ਕੁਝ ਬਣਾ ਲਓਗੇ, ਗੁਰੂ ਰਾਮਦਾਸ ਜੀ ਨੂੰ ਕਿੱਥੋਂ ਲੈ ਕੇ ਆਓਗੇ? ਉਹ ਤਾਂ ਇੱਥੇ ਹੀ ਨੇ, ਇੱਥੇ ਹੀ ਨੇ। ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ।
ਸਾਰਿਆਂ ਦੇ ਉੱਤੇ ਸਤਿਗੁਰੂ ਦਇਆ ਕਰਨ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਮਹਾਰਾਜ ਦੀ ਕਥਾ ਐਸੀ ਸੀ ਕਿ ਪ੍ਰਸੰਗ ਸੰਪੂਰਨ ਕਰਨਾ ਸੀਗਾ, ਤਾਂ ਥੋੜਾ ਜਿਹਾ ਸਮਾਂ ਵੱਧ ਲੱਗਾ। ਆਪ ਜੀ ਮਾਫੀ ਬਖਸ਼ਿਸ਼ ਕਰਨੀ। ਸਾਡੇ ਕੋਲ ਹੈਦਰਾਬਾਦ ਤੋਂ ਗੁਰਮੁਖ ਪਿਆਰੇ ਭਾਈ ਸੋਹਣ ਸਿੰਘ ਜੀ ਆਏ ਆ ਜੀ। ਜਦੋਂ ਹੈਦਰਾਬਾਦ ਗਿਆ ਸਾਂ ਨਾ ਜੀ, ਪਿਛਲੇ ਸਾਲ ਗਿਆ ਸਾਂ ਕਥਾ ਕਰਨ, ਇਹ ਉੱਥੇ ਕੀਰਤਨ ਕਰਦੇ ਸਨ ਜੀ। ਇਹਨਾਂ ਮੈਨੂੰ ਦੱਸਿਆ, ਕਹਿੰਦੇ ਵੀ ਮੈਂ ਰੋਜ਼ ਨੈੱਟ 'ਤੇ ਕਥਾ ਸੁਣਦਾ ਹੁੰਦਾ ਤੁਹਾਡੀ, ਤੇ ਕਥਾ ਤੇ ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ ਜੀ। ਅਸੀਂ ਤੇ ਬੋਲਣ ਵਾਲੇ ਹਾਂ, ਬੜੀ ਮਿਹਰ ਹੈ, ਬੜੀ ਭਾਵਨਾ ਹੈ। ਕੱਲ੍ਹ ਵੀ ਇੱਥੇ ਹੀ, ਅੱਜ ਹੀ ਇੱਥੇ। ਚਲੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਇਹਨਾਂ ਨੂੰ ਬੇਨਤੀ, ਸੰਗਤ ਨੂੰ ਬੇਨਤੀ, 5 ਮਿੰਟ ਹੋਰ ਬਹਿ ਜਾਓ। ਸਾਡੇ ਕੋਲੋਂ ਦੂਰੋਂ ਆਏ ਆ ਮਹਾਰਾਜ ਦੇ ਸਥਾਨ ਦੇ ਦਰਸ਼ਨ ਕਰਨ। ਇੱਕ ਸ਼ਬਦ ਪੜ੍ਹ ਕੇ ਫਿਰ ਸਮਾਪਤੀ ਕਰ ਦੇਣਗੇ, ਕਿਉਂ ਆਏ ਗੁਣੀ ਪੁਰਸ਼ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ। ਉਤੋਂ ਕਥਾ ਪ੍ਰਸੰਗ ਐਸਾ ਸੀਗਾ ਵਿੱਚ ਛੱਡਿਆ ਨਹੀਂ ਸੀ ਜਾ ਸਕਦਾ ਜੀ, ਤਾਂ ਥੋੜਾ ਸਮਾਂ ਵੱਧ ਲੱਗ ਗਿਆ। ਇਹਨਾਂ ਨੂੰ ਬੇਨਤੀ ਹੈ ਇੱਕ ਸ਼ਬਦ ਮਹਾਰਾਜ ਜੀ ਦੀ ਸਿਫਤ ਸੋਭਾ ਵਡਿਆਈ ਵਿੱਚ ਸੰਗਤ ਨੂੰ ਸਰਵਣ ਕਰਾਉਣ। ਬਹੁਤ ਬਹੁਤ ਜੀ ਆਇਆਂ ਨੂੰ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਾਰੇ ਪ੍ਰੇਮ ਨਾਲ ਬੈਠੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।